ਚਲੋ ਬੇਟਾ ਆਪਾਂ ਅੱਗੇ ਚੱਲਦੇ ਹਾਂ। ਆਪਾਂ ਉਦਣ ਮੀਨ ਦੀ ਗੱਲ ਕਰ ਰਹੇ ਸੀ, ਅਰਥਮੈਟਿਕ ਮੀਨ ਦੀ। ਥੋੜ੍ਹਾ ਜਿਹਾ ਕੰਮ ਅੱਗੇ ਆਪਾਂ ਪੜ੍ਹ ਲਿਆ ਸੀ ਵੈਸੇ ਆਹ ਵਾਲਾ, ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਨੰਬਰ ਆਫ ਸਟੂਡੈਂਟ ਜਿਹੜੇ ਗਿਣਤੀ 'ਚ ਦਿੱਤੇ ਹੁੰਦੇ, ਜਿਵੇਂ 5 ਸਟੂਡੈਂਟ ਆ, 5 ਨੰਬਰ ਆ ਰਹੇ ਆ 20 ਸਟੂਡੈਂਟਸ ਦੇ, ਤਾਂ ਆਪਾਂ 5 ਨੂੰ 20 ਵਾਰੀ ਨਹੀਂ ਲਿਖਾਂਗੇ। ਆਪਾਂ ਕੀ ਕਰਾਂਗੇ, ਆਪਾਂ ਲਿਖਾਂਗੇ ਕਿ 5 ਦੇ ਮੂਹਰੇ ਜਿਵੇਂ ਇਹਨਾਂ ਨੇ ਲਿਖਿਆ 20 ਲਿਖ ਦਿੰਦੇ ਆ। ਠੀਕ ਆ, ਇਹਨੂੰ ਹੈਂਡਲ ਕਿਵੇਂ ਕਰਨਾ ਹੁੰਦਾ ਮੈਂ ਤੁਹਾਨੂੰ ਉਦਣ ਹੀ ਸਮਝਾ ਗਿਆ ਸੀ ਕਿ 5 ਨੂੰ 20 ਨਾਲ ਗੁਣਾ ਕਰਕੇ ਇੱਥੇ 100 ਆ ਜਾਊਗਾ, 10 ਨੂੰ 43 ਨਾਲ ਗੁਣਾ ਕਰਕੇ 430 ਆ ਜਾਊਗਾ, 15 ਨੂੰ 75 ਨਾਲ ਕਰਕੇ 1125। ਸੋ ਇਸ ਤਰੀਕੇ ਨਾਲ ਸਾਰੀਆਂ ਵੈਲਿਊਜ਼ ਕੈਲਕੂਲੇਟ ਕਰ ਲੈਣੀਆਂ। ਪਰ ਇੱਥੇ ਆਪਣਾ ਜਿਹੜਾ ਆਨਸਰ ਆ ਉਹ ਕੀ ਬਣਦਾ ਹੁੰਦਾ, ਆਪਾਂ ਉਦਣ ਡਿਸਕਸ ਕੀਤਾ ਸੀ ਕਿ ਇਹਨੂੰ ਜੋੜ ਕੇ ਇਹਦੇ ਜੋੜ ਨਾਲ ਡਿਵਾਈਡ ਕਰ ਦਈਦਾ, ਮੀਨ ਆ ਜਾਂਦਾ ਹੁੰਦਾ। ਸੋ ਆਪਾਂ FX ਨੂੰ ਜਿਹੜੀ ਵੀ ਪ੍ਰੋਡਕਟ ਬਣੂਗੀ ਇੱਥੇ, ਉਹਦੇ ਜੋੜ ਨੂੰ ਇਹਦੇ ਜੋੜ ਨਾਲ ਡਿਵਾਈਡ ਕਰ ਦਾਂਗੇ F ਦੇ ਨਾਲ। ਸੋ ਆਹ ਆਪਣੇ ਕੋਲ ਜੋ ਵੀ ਚੀਜ਼ ਬਣ ਗਈ ਇਹ ਆਪਣਾ ਆਨਸਰ ਹੋਊਗਾ। ਸੋ ਇਹਨਾਂ ਨੇ ਦੇਖੋ ਇਹੀ ਕੀਤਾ ਹੋਇਆ, ਐਂਡ 'ਤੇ ਇੱਥੇ ਇਹਨਾਂ ਨੇ FX ਦੀਆਂ ਜਿੰਨੀਆਂ ਵੈਲਿਊ ਉਹਨਾਂ ਨੂੰ ਜੋੜਤਾ। FX ਹੀ ਵੈਸੇ ਲਿਖਣਾ ਹੁੰਦਾ ਆਪਾਂ ਇਸ ਤਰੀਕੇ ਨਾਲ, ਪਰ ਮੂਹਰੇ ਆ ਜਿਹੜਾ ਸਮੇਸ਼ਨ ਜਿਹਾ ਪਾਇਆ ਹੁੰਦਾ ਇਹਦਾ ਮਤਲਬ ਇਹ ਕੀ ਆ ਵੀ ਸਾਰੀਆਂ ਵੈਲਿਊਜ਼ ਦਾ ਜੋੜ। ਸੋ ਸਾਰੀਆਂ ਵੈਲਿਊਜ਼ ਦਾ ਜੋੜ ਇੰਨਾ ਹੋ ਗਿਆ। ਉਸ ਤੋਂ ਬਾਅਦ F ਦੀਆਂ ਸਾਰੀਆਂ ਵੈਲਿਊਜ਼ ਦਾ ਵੀ ਜੋੜ ਕਰਨਾ। ਸੋ F ਦੀ ਵੈਲਿਊ ਇਹ ਹੁੰਦੀ ਹੈ, ਇਹਦਾ ਮਤਲਬ ਕੀ ਹੁੰਦਾ, F ਦੀਆਂ ਸਾਰੀਆਂ ਵੈਲਿਊਜ਼ ਜੋੜ 384 ਆ ਗਿਆ। ਇਹਨੂੰ ਕੈਪੀਟਲ N ਕਹਿ ਦਿੰਦੇ ਆ, ਠੀਕ ਹੈ, ਇਹਨੂੰ ਕੈਪੀਟਲ N ਲਿਖ ਦਿੰਦੇ ਆ। ਸੋ ਆਹ ਫਾਰਮੂਲਾ ਦੇਖੋ, FX ਉੱਪਰ ਰੱਖ ਲਿਆ ਇਹਨਾਂ ਨੇ FX ਦੀਆਂ ਵੈਲਿਊਜ਼ ਦਾ ਜੋੜ, ਅਤੇ ਸਮੇਸ਼ਨ F ਥੱਲੇ ਰੱਖ ਲਿਆ। ਦੋਵਾਂ ਨੂੰ ਜੋੜ ਕੇ ਕੀ ਆ ਗਿਆ ਆਪਣੇ ਕੋਲ 8530/384। ਇਹਨੂੰ ਜਦੋਂ ਜੋੜਿਆ, ਡਿਵਾਈਡ ਕੀਤਾ ਅਤੇ 22.2 ਬਣ ਗਿਆ ਆਪਣੇ ਕੋਲ। ਇਹ ਤੁਹਾਡਾ ਆਨਸਰ ਆ ਗਿਆ। ਠੀਕ ਹੈ, ਹੁਣ ਇਸੇ ਚੀਜ਼ ਨੂੰ, ਇਹੀ ਕੁਐਸਚਨ ਨੂੰ ਹੋਰ ਤਰੀਕੇ ਨਾਲ ਵੀ ਹੈਂਡਲ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਸ਼ਾਰਟਕਟ ਮੈਥਡ। ਆਹ ਜਿਹੜਾ ਕੁਐਸਚਨ ਆ ਸ਼ਾਰਟਕਟ ਮੈਥਡ ਦਾ ਬਣਾਇਆ, ਇਹਦੇ 'ਚ ਡੇਟਾ ਸੇਮ ਦਿੱਤਾ ਹੋਇਆ। 5 ਨੰਬਰ ਆ ਰਹੇ ਆ 20 ਸਟੂਡੈਂਟਸ ਦੇ, 10 ਨੰਬਰ ਆ ਰਹੇ ਆ 43 ਸਟੂਡੈਂਟ ਦੇ, 15 ਨੰਬਰ ਆ ਰਹੇ ਆ 75 ਸਟੂਡੈਂਟਸ ਦੇ। ਹੈ ਸੇਮ, ਸਾਰਾ ਕੁਛ ਸੇਮ, ਪਰ ਕੀ ਆ ਕਿ ਆਪਾਂ ਮੈਥਡ ਬਦਲਤਾ, ਸ਼ਾਰਟਕਟ ਮੈਥਡ ਕੱਢ ਲਿਆ। ਸ਼ਾਰਟਕਟ ਮੈਥਡ ਦਾ ਉਹੀ ਵੇ ਆ ਕਰਨ ਦਾ ਜਿਵੇਂ ਆਪਾਂ ਪਹਿਲਾਂ ਕੀਤਾ ਸੀ, ਕਿ X ਦੀਆਂ ਵੈਲਿਊ ਨੂੰ ਛੋਟਾ ਕਰਨਾ ਹੁੰਦਾ। ਆਪਾਂ ਕਿਵੇਂ ਛੋਟਾ ਕਰੀਏ ਇਹ ਆਪਾਂ ਸੋਚਣਾ ਪੈਣਾ। ਸੋ ਆਪਾਂ ਜਿਵੇਂ ਅਜ਼ਿਊਮਡ ਮੀਨ ਸੀ ਉਦਣ, ਯਾਦ ਆ ਪਿਛਲਾ ਲੈਕਚਰ ਦੇਖ ਲਓ ਜੇ ਨਹੀਂ ਯਾਦ। ਅਜ਼ਿਊਮਡ ਮੀਨ ਨੂੰ X ਦੀਆਂ ਵੈਲਿਊ 'ਚੋਂ ਘਟਾ ਦੇਈਦਾ। ਸੋ X -30 ਆ ਜਿਹੜਾ, ਇਹਨਾਂ ਨੇ 30 ਨੂੰ ਅਜ਼ਿਊਮਡ ਮੀਨ ਮੰਨ ਲਿਆ। ਤੁਸੀਂ ਜੋ ਮਰਜ਼ੀ ਮੰਨ ਸਕਦੇ ਹੋ, ਮੰਨਿਆ ਉਹ ਕਰੋ ਜਿਹਦੇ ਨਾਲ ਤੁਹਾਡਾ ਵੈਲਿਊ ਕੈਲਕੂਲੇਸ਼ਨ ਸੌਖੀ ਰਹੇ। ਸੋ ਇਹਨਾਂ ਨੇ X ਦੀ ਹਰੇਕ ਵੈਲਿਊ 'ਚੋਂ 30 ਨੂੰ ਘਟਾਤਾ ਅਤੇ ਆਪਣੇ ਕੋਲ ਨਿਊ DX ਬਣ ਗਿਆ। ਫਰਕ ਕੁਛ ਨਹੀਂ ਪੈਣਾ, ਸਾਰਾ ਮੈਥਡ ਸੇਮ ਆ। ਨਿਊ DX ਜਿਹੜੀ ਮਤਲਬ ਕੀ ਹੁੰਦੀ ਹੈ, ਨਿਊ X ਦੀ ਵੈਲਿਊ ਹੁੰਦੀ ਹੈ। ਜਦੋਂ ਨਿਊ X ਦੀ ਵੈਲਿਊ ਆ ਗਈ, ਪਿਛਲੇ ਕੁਐਸਚਨਾਂ ਵਾਂਗੂ ਹੀ ਆਪਾਂ ਹੈਂਡਲ ਇਹਨੂੰ ਕਰ ਲੈਣਾ। ਦੇਖੋ ਕਿਵੇਂ, 5 ਚੋਂ 30 ਬਾਹਰ ਕੱਢਿਆ, ਬਚੂਗਾ ਕੀ -25, ਇੱਥੇ ਲਿਖਤਾ। 10 ਚੋਂ 30 ਬਾਹਰ ਕੱਢਿਆ, ਬਚੂਗਾ ਕੀ -20, ਇੱਥੇ ਲਿਖਤਾ। 15 ਚੋਂ 30 ਬਾਹਰ ਕੱਢਿਆ, -15 ਇੱਥੇ ਰਹਿ ਗਿਆ। ਸੋ ਜੋ ਵੀ ਇੱਥੇ ਬਣ ਰਿਹਾ ਵੈਲਿਊ, ਇਹਦੇ ਚੋਂ, ਇਸ ਚੋਂ 30 ਨੂੰ ਬਾਹਰ ਘਟਾ ਕੇ ਜੋ ਬਣ ਰਿਹਾ ਉਹ ਲਿਖਦੇ ਆ। ਵੱਡੀ ਛੋਟੀ ਚੀਜ਼ ਚੋਂ ਵੱਡੀ ਜਦੋਂ ਬਾਹਰ ਨਿਕਲਦੀ ਹੈ ਤਾਂ ਮੂਹਰੇ ਨੈਗੇਟਿਵ ਦਾ ਸਾਈਨ ਆਉਂਦਾ। ਸੋ ਇੱਥੋਂ ਤੱਕ ਜਿਹੜੀਆਂ ਵੈਲਿਊਜ਼ ਆ, ਇੱਥੋਂ ਤੱਕ ਇਹ ਸਾਰੀਆਂ 30 ਤੋਂ ਛੋਟੀਆਂ, ਤਾਂ ਕਰਕੇ ਮੂਹਰੇ ਉੱਥੇ ਇੱਧਰਲੇ ਪਾਸੇ ਨੈਗੇਟਿਵ ਦਾ ਸਾਈਨ ਪਿਆ ਹੋਇਆ। ਸੋ ਇੱਥੋਂ ਕੈਲਕੂਲੇਟ ਹੋ ਗਈਆਂ ਜਦੋਂ ਵੈਲਿਊਜ਼, ਆਪਣੇ ਕੋਲ DX ਕੈਲਕੂਲੇਟ ਹੋ ਗਿਆ। ਅਗਲੇ ਸਟੈਪ 'ਚ ਕੀ ਕਰਨਾ ਰਾਜੇ, ਫਾਰਮੂਲਾ ਕੀ ਆ। ਸ਼ਾਰਟਕਟ ਮੈਥਡ 'ਚ ਕੁਛ ਨਹੀਂ ਬਦਲਦਾ ਹੁੰਦਾ, ਮੈਂ ਅੱਗੇ ਵੀ ਤੁਹਾਨੂੰ ਕਿਹਾ ਹੋਇਆ। ਸਿਰਫ ਅੱਗੇ FX ਕੈਲਕੂਲੇਟ ਕਰਕੇ ਜੋੜਿਆ ਸੀ, ਐਤਕੀ FDX ਕਰਾਂਗੇ ਕੈਲਕੂਲੇਟ, ਪ੍ਰੋਡਕਟ ਕਰਾਂਗੇ ਅਤੇ ਉਹਨੂੰ ਜੋੜਾਂਗੇ। ਅੱਗੇ ਡਿਵਾਈਡ ਕਿਹਦੇ ਨਾਲ ਕੀਤਾ ਸੀ, ਸਮੇਸ਼ਨ F ਨਾਲ। ਐਤਕੀ ਵੀ ਸਮੇਸ਼ਨ F ਨਾਲ ਹੀ ਡਿਵਾਈਡ ਹੋਊਗਾ। ਪਰ ਫਰਕ ਕੀ ਹੈ, ਜਿਹੜਾ ਅਜ਼ਿਊਮਡ ਮੀਨ ਘਟਾਇਆ ਸੀ ਉਹੀ ਐਤਕੀ ਜੋੜ ਦੇਣਾ ਐਂਡ 'ਤੇ। ਇਹਨੂੰ ਕੈਲਕੂਲੇਟ ਕਰਕੇ ਉਹ ਅਜ਼ਿਊਮਡ ਮੀਨ ਜੋੜ ਦੇਣਾ। ਦੇਖੋ ਫਾਰਮੂਲਾ ਬਣ ਗਿਆ। ਕੀ ਕੀਤਾ ਇਹਨਾਂ ਨੇ, FDX ਕਹਿੰਦਾ ਕੈਲਕੂਲੇਟ ਕਰ ਲਓ, ਡਿਵਾਈਡ ਉਸੇ ਨੰਬਰ ਨਾਲ ਹੀ ਕਰ ਦਿਓ, N ਨਾਲ ਹੀ, ਪਰ A ਜੋੜਨਾ ਪੈਣਾ। A ਕੀ ਆ, ਅਜ਼ਿਊਮਡ ਮੀਨ, ਮਤਲਬ 30। ਸੋ ਆਹ ਦੇਖੋ ਆਪਣੇ ਕੋਲ FDX ਆ ਜਿਹੜਾ ਉਹ ਕੈਲਕੂਲੇਟ ਕੀਤਾ। FDX ਦੀਆਂ ਵੈਲਿਊਜ਼ ਇੱਥੋਂ ਆਈਆਂ, ਆ ਸਾਰੀਆਂ ਵੈਲਿਊਜ਼ ਕੈਲਕੂਲੇਟ ਕਰ ਲਈਆਂ। ਕਿਵੇਂ, F ਨੂੰ ਇਹਦੇ ਨਾਲ ਪ੍ਰੋਡਕਟ ਕਰਕੇ। ਦੇਖੋ 20 ਅਤੇ -25 ਦੀ ਪ੍ਰੋਡਕਟ ਕਰਾਂਗੇ ਜਦੋਂ -500 ਬਣਦਾ, ਅਤੇ ਇਹਨਾਂ ਨੇ -500 ਲਿਖਤਾ। 43 ਅਤੇ 20 ਦੀ -860 ਬਣਦਾ। ਸੋ ਇਹ ਸਾਰੀਆਂ ਵੈਲਿਊਜ਼ ਕੈਲਕੂਲੇਟ ਕਰ ਲਈਆਂ। ਕੈਲਕੂਲੇਟ ਕਰਨ ਦੇ ਬਾਅਦ ਇਹਨਾਂ ਸਾਰੀਆਂ ਵੈਲਿਊਜ਼ ਨੂੰ ਤੁਸੀਂ ਕੀ ਕਰਨਾ, ਜੋੜਨਾ।
ਨੈਗੇਟਿਵ ਵਾਲੀਆਂ ਪਹਿਲਾਂ ਜੋੜ ਲਓ, ਪੋਜ਼ੀਟਿਵ ਵਾਲੀਆਂ ਬਾਅਦ 'ਚ ਜੋੜ ਲਓ। ਨੈਗੇਟਿਵ ਵਾਲੀਆਂ ਜੋੜ ਕੇ ਮੂਹਰੇ ਨੈਗੇਟਿਵ ਸਾਈਨ ਲਾਤਾ। ਦੇਖੋ 860 1125 670 360 ਨੂੰ ਜਦੋਂ ਜੋੜੋਗੇ ਤਾਂ 3515 ਆਊਗਾ, ਮੂਹਰੇ ਨੈਗੇਟਿਵ ਸਾਈਨ ਲਾ ਦੇਣਾ ਤੁਸੀਂ। ਅਤੇ ਉਦੋਂ ਬਾਅਦ ਜਿਹੜੀਆਂ ਪੋਜ਼ੀਟਿਵ ਵਾਲੀਆਂ ਇਹਨਾਂ ਨੂੰ ਜੋੜ ਲਓ, 525 ਆ ਜਾਣਗੀਆਂ, ਪਰ ਮੂਹਰੇ ਪੋਜ਼ੀਟਿਵ ਸਾਈਨ ਲਾ ਦੇਣਾ। ਹੁਣ ਦੇਖੋ ਜਦੋਂ ਵੱਡੀ ਚੀਜ਼ ਨੈਗੇਟਿਵ ਆ, ਜਦੋਂ ਇੱਕ ਨੈਗੇਟਿਵ ਸਾਈਨ ਆਵੇ ਘਟਾਉਣਾ ਹੀ ਹੁੰਦਾ। 3515 ਚੋਂ 525 ਜਦੋਂ ਤੁਸੀਂ ਘਟਾਓਗੇ ਤਾਂ ਇਹ 2990 ਆਊਗਾ, ਪਰ ਕਿਉਂਕਿ ਵੱਡੀ ਚੀਜ਼ ਦੇ ਮੂਹਰੇ ਸਾਈਨ ਨੈਗੇਟਿਵ ਦਾ, ਇੱਥੇ ਵੀ ਨੈਗੇਟਿਵ ਆ ਜਾਊਗਾ। ਸੋ ਇੱਥੇ ਦੇਖੋ ਕੀ ਕੀਤਾ ਹੋਇਆ ਫਾਰਮੂਲੇ 'ਚ, ਆਹ ਦੇਖੋ ਐਫ ਡੀ ਐਕਸ ਆ ਗਿਆ ਓਵਰ ਐਨ ਆ ਗਿਆ। ਸੋ 2990 ਵਟਾ 384 ਆਹੀ ਆ 2990 ਵਟਾ 384, ਪਰ ਮੂਹਰੇ ਸਾਈਨ ਨੈਗੇਟਿਵ ਦਾ। ਸੋ ਇੱਥੇ ਦੇਖੋ ਧਿਆਨ ਨਾਲ, ਇੰਨੀ ਚੀਜ਼ ਆ ਜਿਹੜੀ ਇਹਦੇ ਮੂਹਰੇ ਸਾਈਨ ਨੈਗੇਟਿਵ ਦਾ, ਠੀਕ ਆ, ਕਿਉਂਕਿ 2990 ਨੂੰ ਉੱਪਰ ਰੱਖਣਾ, 384 ਨੂੰ ਥੱਲੇ ਰੱਖਣਾ। ਸੋ ਇਹਨੂੰ ਨੀਚੇ ਰੱਖ ਲਿਆ, ਮੂਹਰੇ ਸਾਈਨ ਨੈਗੇਟਿਵ ਦਾ ਲਾਤਾ। ਕਿਉਂ? ਇਹਦੇ ਕਰਕੇ, ਕਿਉਂਕਿ ਇਹ ਮਾਈਨਸ ਆ, ਨੈਗੇਟਿਵ ਦਾ ਸਾਈਨ ਲੱਗੂਗਾ। ਉਦੋਂ ਆਹ ਕੀ ਆ, ਇਹ ਜੋੜਤਾ, ਇਹ ਕੀ ਸੀਗਾ 30, ਉਹ ਜੋੜਨਾ ਹੀ ਸੀਗਾ। ਸੋ ਇਹਨੂੰ ਜਦੋਂ ਕੈਲਕੂਲੇਟ ਕੀਤਾ ਇਹ 22.2 ਹੀ ਫੇਰ ਆਊਗਾ, ਓਨਾ ਹੀ ਆਨਸਰ ਆਊਗਾ। ਬਸ ਕੀ ਆ ਫ਼ਰਕ ਮੈਥਡ 'ਚ, ਕੀ ਸ਼ਾਰਟਕਟ ਮੈਥਡ 'ਚ ਕੀ ਫ਼ਰਕ ਆ? ਐਕਸ ਜਿਹੜੀ ਦਿੱਤੀ ਹੁੰਦੀ ਆਪਾਂ ਉਸੇ ਨਾਲ ਕੰਮ ਨਹੀਂ ਚਲਾਉਣਾ, ਨਿਊ ਐਕਸ ਲੱਭਣੀ ਆ। ਉਸ ਨਿਊ ਐਕਸ ਦਾ ਨਾਮ ਸਮੋਲ ਡੀ ਐਕਸ ਲਿਖਿਆ ਜਾਂਦਾ। ਲੱਭਣੀ ਕਿਵੇਂ ਆ? ਐਕਸ ਦੀ ਹਰੇਕ ਵੈਲਿਊ 'ਚੋਂ ਕੋਈ ਨੰਬਰ ਕਢਾਉਣਾ। ਇਹ ਨੰਬਰ ਕਿਹੋ ਜਿਹਾ ਹੋਵੇ, ਜਿਹੋ ਜਿਹਾ ਤੁਹਾਡੀ ਮਰਜ਼ੀ ਆ, ਆਪਣੀ ਸਹੂਲਤ ਅਨੁਸਾਰ। ਪਰ ਮੈਂ ਹਮੇਸ਼ਾ ਸਲਾਹ ਦੇਵਾਂਗਾ ਬੱਚਿਆਂ ਨੂੰ, ਇਹ ਵਿਚਾਲਿਓਂ ਜੇ ਸਿਲੈਕਟ ਕਰਿਆ ਕਰੋ। ਜਿਵੇਂ ਇਹ ਪੋਰਸ਼ਨ 25 ਅਤੇ 30 ਚੋਂ ਤੁਸੀਂ ਸਿਲੈਕਟ ਕਰ ਸਕਦੇ ਸੀਗੇ, ਵਿਚਾਲਿਓਂ ਜੇ ਸਿਲੈਕਟ ਕਰਦੇ ਆ ਨਾ ਤਾਂ ਕੈਲਕੂਲੇਸ਼ਨ ਸੌਖੀ ਹੋ ਜਾਂਦੀ ਆ। ਫਿਰ ਕੀ ਕਰਨਾ, ਹਰੇਕ ਐਕਸ ਚੋਂ ਇਹ ਪਰਟੀਕੂਲਰ ਨੰਬਰ ਘਟਾਈ ਜਾਣਾ। 10 ਚੋਂ 30 ਕੱਢੇ -20, 15 ਚੋਂ 30 ਕੱਢੇ -15, 20 ਚੋਂ 30 ਕੱਢੇ -10, 25 ਚੋਂ 30 ਕੱਢੇ -5, 30 ਚੋਂ 30 ਕੱਢੇ 0, 35 ਚੋਂ 30 ਕੱਢੇ 5। ਸੋ ਇੱਦਾਂ ਇਹ ਵੈਲਿਊਜ਼ ਨਵੀਆਂ ਕੈਲਕੂਲੇਟ ਕਰ ਲਈਆਂ। ਕੈਲਕੂਲੇਟ ਕਰਨ ਦੇ ਬਾਅਦ ਫਿਰ ਹੁਣ ਆਹ ਜਿਹੜੀ ਹੈ ਇਹਨੂੰ ਭੁੱਲ ਜਾਓ, ਪੁਰਾਣੀ ਐਕਸ ਨੂੰ। ਹੁਣ ਦੇਖੋ ਕੀ ਆ, ਆਹ ਨਵੀਂ ਐਕਸ ਬਣ ਗਈ, ਜਿਹਦਾ ਆਪਾਂ ਨਾਮ ਕੀ ਰੱਖਤਾ, ਸਮੋਲ ਡੀ ਐਕਸ। ਆਹ ਨਵੀਂ ਐਫ ਬਣ ਗਈ। ਪਿਛਲੇ ਕੁਐਸਚਨ ਨੂੰ ਯਾਦ ਕਰੋ, ਉਹਦੇ 'ਚ ਕੀ ਕੀਤਾ ਸੀ? ਐਫ ਅਤੇ ਐਕਸ ਦੀ ਪ੍ਰੋਡਕਟ ਕੀਤੀ ਸੀ, ਇੱਥੇ ਐਫ ਅਤੇ ਨਵੀਂ ਐਕਸ ਦੀ ਪ੍ਰੋਡਕਟ ਕਰ ਲਈ। ਪ੍ਰੋਡਕਟ ਕਿਵੇਂ? 25 ਨੂੰ -25 ਨੂੰ 20 ਨਾਲ ਕੀਤਾ, -500। ਦੇਖੋ 25 ਨੂੰ 20 ਨਾਲ ਗੁਣਾ ਕਰੋਗੇ ਤਾਂ 500 ਆਊਗਾ। ਜਦੋਂ ਇੱਕ ਵਿੱਚ ਨੈਗੇਟਿਵ ਦਾ ਸਾਈਨ ਹੋਵੇ ਨਾ ਤਾਂ ਨੈਗੇਟਿਵ ਮੂਹਰੇ ਆਪਾਂ ਲਾ ਹੀ ਦਿੰਦੇ ਹੁੰਦੇ ਆ। ਇਹਨੇ ਤਾਂ ਲਾਈ ਆ, ਦੇਖੋ, ਕਿਉਂਕਿ ਇੱਥੇ ਨੈਗੇਟਿਵ ਦਾ ਸਾਈਨ ਸੀ। ਸੇਮ ਸੈਂਸ 'ਚ 43 ਨੂੰ -20 ਨਾਲ ਕੀਤਾ, -860 ਆਊਗਾ। ਸੋ ਇਸ ਤਰੀਕੇ ਨਾਲ ਸਾਰੀਆਂ ਵੈਲਿਊਜ਼ ਕੈਲਕੂਲੇਟ ਕਰ ਲਈਆਂ। ਐਂਡ 'ਤੇ ਇਹ ਵੈਲਿਊਜ਼ ਤੁਸੀਂ ਜੋੜ ਦੇਣੀਆਂ। ਕਿਉਂ? ਪਿਛਲੀ ਵਾਰ ਆਪਾਂ ਐਫ ਐਕਸ ਨੂੰ ਜੋੜਦੇ ਸੀ, ਐਤਕੀ ਐਫ ਡੀ ਐਕਸ ਨੂੰ ਜੋੜੋਗੇ। ਦੈਨ ਕਿਵੇਂ ਜੋੜਿਆ? ਨੈਗੇਟਿਵ ਵਾਲੀਆਂ ਪਹਿਲਾਂ ਜੋੜ ਲਈਆਂ, ਪੋਜ਼ੀਟਿਵ ਵਾਲੀਆਂ ਬਾਅਦ 'ਚ। ਨੈਗੇਟਿਵ ਵਾਲੀ ਕਿਹੜੀਆਂ 500, 860, 1125, ਇਹ ਸਾਰੀਆਂ ਜੋੜ ਲੈਣੀਆਂ। ਜੋੜ ਕੇ, ਕਿਉਂਕਿ ਸਾਰੀਆਂ ਦੇ ਮੂਹਰੇ ਨੈਗੇਟਿਵ ਸਾਈਨ ਆ, ਇੱਥੇ ਵੀ ਤੁਸੀਂ ਮੂਹਰੇ ਨੈਗੇਟਿਵ ਸਾਈਨ ਲਾ ਦੋਗੇ। ਸੋ ਇਹਨਾਂ ਦਾ ਕੀ ਬਣਿਆ? 3515 ਬਣੂਗਾ, ਪਰ ਮੂਹਰੇ ਅਸੀਂ ਨੈਗੇਟਿਵ ਸਾਈਨ ਲਾ ਦੇਣਾ। ਦੈਨ ਫਿਰ ਇਹਨਾਂ ਨੂੰ ਜੋੜੋਗੇ ਤਾਂ 525 ਬਣੂਗਾ, ਕਿਉਂਕਿ ਇਹ ਸਾਰੀਆਂ ਪੋਜ਼ੀਟਿਵ ਆ ਤਾਂ ਮੂਹਰੇ ਆਹ ਦੇਖੋ ਇਹਨਾਂ ਨੇ ਪੋਜ਼ੀਟਿਵ ਦਾ ਸਾਈਨ ਲਾਇਆ। ਹੁਣ ਇਹਦਾ ਮਤਲਬ ਕੀ ਹੈ ਕਿ 525 ਦੇ ਵਿੱਚੋਂ ਤੁਸੀਂ 3515 ਘਟਾਉਣਾ। ਰਾਜੇ ਇੱਦਾਂ ਨਹੀਂ ਹੁੰਦਾ, 515 ਚੋਂ 525 ਚੋਂ 3515 ਨਹੀਂ ਨਿਕਲਣਾ। ਤੁਸੀਂ 3515 ਚੋਂ 525 ਘਟਾਓਗੇ, ਘਟਾ ਕੇ ਤੁਹਾਡਾ 2990 ਆਨਸਰ ਆ ਜਾਊਗਾ। ਪਰ ਤੁਸੀਂ ਕੀ ਕਰਨਾ, ਕਿਉਂਕਿ ਵੱਡੇ ਦੇ ਮੂਹਰੇ ਨੈਗੇਟਿਵ ਦਾ ਸਾਈਨ ਆ, ਇੱਥੇ ਨੈਗੇਟਿਵ ਲਾ ਦੋਗੇ। ਦੇਖੋ ਇਹ ਵੈਲਿਊ, ਫਿਰ ਵੈਲਿਊ ਪੁੱਟ ਕਰਨ ਦੀ ਵਾਰੀ ਆ ਗਈ। ਜਦੋਂ ਤੁਸੀਂ ਵੈਲਿਊਜ਼ ਪੁੱਟ ਕੀਤੀਆਂ, ਇੱਥੇ ਦੇਖੋ ਪਿਛਲਾ ਫਾਰਮੂਲਾ ਅਤੇ ਇਹ ਸੇਮ ਮੈਚ ਕਰ ਰਿਹਾ। ਪਿੱਛੇ ਐਫ ਐਕਸ ਸੀਗਾ, ਨੀਚੇ ਐਫ ਸੀ, ਇੱਥੇ ਐਕਸ ਦੀ ਜਗ੍ਹਾ 'ਤੇ ਨਿਊ ਐਕਸ ਯਾਨੀ ਕਿ ਐਫ ਡੀ ਐਕਸ ਆ ਗਿਆ। ਬਾਕੀ ਸਾਰਾ ਸੇਮ ਆ। ਐਨ ਤਾਂ ਇਸੇ ਨੂੰ ਹੀ ਕਹਿੰਦੇ ਆ, ਉਹ ਤਾਂ ਕੋਈ ਫਰਕ ਹੀ ਨਹੀਂ ਹੈ। ਪਰ ਇਹ ਕੀ ਕਹਿੰਦੇ ਆ? ਕਹਿੰਦੇ ਜਿਹੜਾ ਤੁਸੀਂ ਘਟਾਇਆ ਨਾ, ਇਹ ਉਹਨੂੰ ਜੋੜਨਾ ਵੀ ਪੈਣਾ। ਪਿਛਲੀ ਵਾਰ ਆਪਾਂ ਕੁਛ ਘਟਾਇਆ ਨਹੀਂ ਸੀ, ਤਾਂ ਕੁਛ ਜੋੜਿਆ ਨਹੀਂ। ਐਤਕੀ ਘਟਾਇਆ ਤਾਂ ਐਤਕੀ ਜੋੜੋ। ਸੋ ਏ ਨੂੰ ਆਪਾਂ ਜੋੜਤਾ। 30 ਆ ਏ ਦੀ ਵੈਲਿਊ। 30 ਨੂੰ ਜੋੜਿਆ ਜਦੋਂ, 30 2990 ਵਟਾ 384 ਕਿੰਨਾ ਬਣ ਜੂਗਾ? 7.8 ਬਣ ਜੂਗਾ। 30 ਚੋਂ 7.8 ਕੱਢੇ 22.2 ਆਨਸਰ ਤੁਹਾਡਾ ਆ ਜਾਊਗਾ। ਸੋ ਇਸ ਤਰੀਕੇ ਨਾਲ ਸ਼ਾਰਟਕਟ ਮੈਥਡ ਹੋ ਜਾਂਦਾ ਜਦੋਂ ਫ੍ਰੀਕੁਐਂਸੀ ਦਿੱਤੀ ਹੋਵੇ। ਆਹ ਕੁਐਸਚਨ ਆ ਜਿਹੜਾ, ਇਹ ਤੁਸੀਂ ਆਪ ਟਰਾਈ ਕਰਨਾ, ਨੋਟ ਕਰ ਲਓ ਇਹਨੂੰ, ਸਕਰੀਨਸ਼ਾਟ ਲੈ ਲਿਆ ਕਰੋ। ਆ ਦੋਵੇਂ ਕੁਐਸਚਨ, ਚੌਥਾ ਪੰਜਵਾਂ, ਤੁਸੀਂ ਆਪ ਟਰਾਈ ਕਰਨਾ, ਆਨਸਰ ਦਿੱਤੇ ਹੋਏ ਆ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਹਾਂ, ਇੰਟਰਵਲ 'ਚ
ਜਦੋਂ ਇੰਟਰਵਲ 'ਚ ਆ ਜਾਏ, ਵੈਸੇ ਇਹ ਡੇਟਾ ਜਿਹੜਾ ਇਹ ਬਹੁਤ ਵਧੀਆ ਮੈਨੂੰ ਲੱਗਦਾ, ਕਿਉਂਕਿ ਰੀਅਲਸਟਿਕ ਹੁੰਦਾ ਇਹ। ਰੀਅਲਸਟਿਕ ਮਤਲਬ ਕਿ 0 ਤੋਂ 10 ਦੇ ਵਿੱਚ ਬੱਚਿਆਂ ਦੇ ਜਿਨ੍ਹਾਂ ਦੇ ਨੰਬਰ ਆ ਰਹੇ ਆ ਉਹ ਕਿੰਨੇ ਆ? ਤੁਸੀਂ ਕਹੋਗੇ 5, ਕਿਉਂਕਿ ਆਪਾਂ ਕਲਾਸਾਂ ਬਣਾ ਲੈਂਦੇ ਆ, ਇਹਨਾਂ ਨੂੰ ਕਲਾਸਿਸ ਕਹਿੰਦੇ ਆ। 10 ਤੋਂ 20 ਦੀ ਕਲਾਸ, 20 ਤੋਂ 30 ਦੀ ਕਲਾਸ, 30 ਤੋਂ 40 ਦੀ ਕਲਾਸ। ਕਿੰਨੇ ਬੱਚੇ ਆ ਇਹ, ਕੋਈ ਰਹਿ ਨਾ ਜਾਵੇ, ਬਸ ਇਸ ਤਰੀਕੇ ਨਾਲ ਆਪਾਂ ਕਲਾਸ ਬਣਾਉਂਦੇ ਹਾਂ। ਵੈਸੇ ਕਲਾਸ ਹੋਰ ਤਰੀਕੇ ਨਾਲ ਬਣਦੀ ਹੁੰਦੀ ਹੈ, ਪਰ ਫਿਰ ਵੀ ਇਹ ਵੀ ਵੈਲਿਡ ਆ। ਦੇਖੋ 0 ਤੋਂ 10 ਵਿੱਚ ਇੱਕ ਬੱਚਾ ਜਿਹਦੇ 10 ਨੰਬਰ ਆ ਉਹ ਇਸ ਕਲਾਸ 'ਚ ਵੀ ਗਿਣਿਆ ਗਿਆ, ਇਸ ਕਲਾਸ 'ਚ ਵੀ ਗਿਣਿਆ ਗਿਆ, ਕਿਉਂਕਿ ਗਲਤ ਹੋ ਗਿਆ ਨਾ, ਥੋੜ੍ਹਾ ਜਿਹਾ ਫਰਕ ਆ। ਵੈਸੇ 0 ਤੋਂ 10 ਇੱਥੇ 11 ਤੋਂ 20 ਹੋਣਾ ਚਾਹੀਦਾ ਸੀ, ਗਾਂ 21 ਤੋਂ 30 ਹੋਣਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀਂ, ਫਿਰ ਵੀ ਠੀਕ ਆ, ਇਹਦਾ ਵੀ ਆਨਸਰ ਆ ਜਾਂਦਾ ਹੁੰਦਾ। ਆਪਾਂ ਕੀ ਲੈਣਾ, ਇਹ ਬਤਾ ਤੁਸੀਂ ਤਾਂ ਇਹੋ ਜਿਹੇ ਇੰਟਰਵਲ ਹੀ ਤੁਹਾਨੂੰ ਮਿਲਣਗੇ। ਆਪਣੇ ਕੋਲੇ ਕੀ ਆ 0 ਤੋਂ 10 ਕੀ ਆਉਂਦਾ ਆਪਣੇ ਕੋਲੇ? 5 ਸਟੂਡੈਂਟ ਆ ਜਿਨ੍ਹਾਂ ਦੇ ਨੰਬਰ 0 ਤੋਂ 10 ਦੇ ਵਿੱਚ ਰਹਿੰਦੇ ਆ। ਇਹਦੇ 'ਚੋਂ 2 ਕੁ ਹੋਣਗੇ ਜਿਹਨਾਂ ਦੇ 0 ਆ ਜਾਂਦੇ ਆ, 2 ਕੁ ਹੋਣਗੇ ਜਿਨ੍ਹਾਂ ਦੇ 7 ਆ ਜਾਂਦੇ ਆ, ਇੱਕ ਅੱਧਾ ਹੋਊ ਜਿਹਦੇ 10 ਆ ਜਾਂਦੇ ਆ। 10 ਤੋਂ 20 ਵਾਲੇ 10 ਸਟੂਡੈਂਟ ਆ, 20 ਤੋਂ 30 ਵਾਲੇ 40 ਸਟੂਡੈਂਟ ਆ, 30 ਤੋਂ 40 ਵਾਲੇ 20 ਸਟੂਡੈਂਟ ਆ, 40 ਤੋਂ 50 ਵਾਲੇ 25। ਮੀਨ ਦੱਸੋ, ਕਲਾਸ ਦੱਸੋ, ਐਵਰੇਜ ਕਿਹੋ ਜਿਹੀ ਆ। ਸੋ ਇੱਥੇ ਕੁਛ ਨਹੀਂ ਕਰਨਾ ਰਾਜੇ। ਫਸਟ ਮੈਥਡ ਆ, ਇਹਦੀਆਂ ਐਕਸ ਦੀਆਂ ਵੈਲਿਊਜ਼ ਆ ਜਿਹੜੀਆਂ ਨਾ ਇਹੀ ਲੱਭਣੀਆਂ ਹੁੰਦੀਆਂ। ਕਿਤੇ ਨਵੀਂ ਐਕਸ ਲੱਭਣੀ ਪੈਂਦੀ ਹੈ, ਕਿਤੇ ਦਿੱਤੀ ਹੁੰਦੀ ਆ, ਕਿਤੇ ਇੰਟਰਵਲ ਦਿੱਤੇ ਆ ਤਾਂ ਉੱਥੋਂ ਐਕਸ ਲੱਭ ਲਈਦੀ ਹੈ। ਦੇਖੋ ਜਦੋਂ ਆਪਣੇ ਕੋਲੇ ਕਲਾਸਾਂ ਦਿੱਤੀਆਂ ਤਾਂ ਐਕਸ ਦੀਆਂ ਵੈਲਿਊਜ਼ ਕਿਵੇਂ ਲੱਭੋਗੇ? ਇਹਨਾਂ ਦਾ ਅੱਧ ਕਰ ਦਈਦਾ। 0 ਨੂੰ 10 'ਚ ਜੋੜ ਕੇ 2 ਨਾਲ ਡਿਵਾਈਡ ਕੀਤਾ, ਕੀ ਆਊਗਾ? 5 ਇੱਥੇ ਲਿਖ ਲਓ ਪਹਿਲੀ ਐਕਸ ਦੀ ਵੈਲਿਊ। ਦੂਜੀ ਇਹਦੇ ਮੂਹਰੇ ਲਿਖਣੀ ਆ। 10 ਅਤੇ 20 ਨੂੰ ਜੋੜੋਗੇ, 2 'ਤੇ ਡਿਵਾਈਡ ਕਰੋਗੇ, ਕੀ ਆਊਗਾ? 15। ਇਹ ਆ ਗਈ। ਇਹਦੇ 'ਚ 50 25। ਦੇਖੋ ਇਹਨਾਂ ਨੂੰ ਦੋਹਾਂ ਨੂੰ ਜੋੜਨਾ, ਜਿਹੜੇ ਵੀ ਇੱਥੇ ਕਲਾਸ ਹੋਊਗੀ 0 ਅਤੇ 10 ਆ ਨਾ ਆਹ ਸਰਕਲ 'ਚ, 0 ਅਤੇ 10 ਨੂੰ ਜੋੜਨਾ ਅਤੇ 2 'ਤੇ ਡਿਵਾਈਡ ਕਰਨਾ। ਜੋ ਆਨਸਰ ਆ ਗਿਆ ਉਹ ਐਕਸ ਦੀ ਪਹਿਲੀ ਵੈਲਿਊ ਆ। ਆਹ ਦੇਖੋ ਇਹਨਾਂ ਨੇ ਵੈਲਿਊਜ਼ ਕੱਢੀਆਂ ਵੀ ਹੋਈਆਂ, ਆਹ ਵੇਖੋ ਪਈਆਂ ਐਕਸ ਦੀਆਂ ਵੈਲਿਊਜ਼। 0 ਅਤੇ 10 ਨੂੰ ਜੋੜ ਕੇ 2 'ਤੇ ਡਿਵਾਈਡ ਕੀਤਾ, 5 ਆਊਗਾ। 10 ਅਤੇ 20 ਨੂੰ ਜੋੜ ਕੇ 2 'ਤੇ ਡਿਵਾਈਡ ਕੀਤਾ, 15 ਆਊਗਾ। 20 ਅਤੇ 30 ਨੂੰ ਜੋੜ ਕੇ ਡਿਵਾਈਡ ਕੀਤਾ, 25 ਆਊਗਾ। 35 45 ਇਹ ਐਕਸ ਦੀਆਂ ਵੈਲਿਊ ਆ ਗਈਆਂ। ਜਦੋਂ ਐਕਸ ਦੀਆਂ ਵੈਲਿਊਜ਼ ਤੁਸੀਂ ਕੱਢ ਲਈਆਂ, ਤੁਸੀਂ ਇਹਦੇ ਵੱਲ ਝਾਕ ਨੂੰ ਹਟ ਜਾਣਾ, ਇਹਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਠੀਕ ਆ, ਹੁਣ ਤੁਹਾਨੂੰ ਇਹਦੀ ਲੋੜ ਨਹੀਂ ਹੈ। ਜੋ ਡੇਟਾ ਪਿਆ ਤੁਹਾਡੇ ਕੋਲ ਇਹਦੇ 'ਤੇ ਤੁਸੀਂ ਸੋਲਵ ਕਰ ਦੇਣਾ। ਕਿਵੇਂ ਸੋਲਵ ਕਰਦੇ ਸੀ? ਜਿਵੇਂ ਪਹਿਲਾਂ ਫਾਰਮੂਲਾ ਬਣਾਇਆ ਸੀ, ਐਫ ਅਤੇ ਐਕਸ ਨੂੰ ਪ੍ਰੋਡਕਟ ਕਰੋ। ਪ੍ਰੋਡਕਟ ਕੀਤਾ 5 5 25, 15 ਨੂੰ 10 'ਤੇ ਕੀਤਾ 150, 25 ਨੂੰ 4 'ਤੇ ਕੀਤਾ 1000, 700, 45 ਨੂੰ 25 ਨਾਲ ਗੁਣਾ ਕੀਤਾ 1125। ਫਿਰ ਕੀ ਕਰਦੇ ਹੁੰਦੇ ਆਪਾਂ? ਇਹਨਾਂ ਦਾ ਸਾਰੀਆਂ ਵੈਲਿਊਜ਼ ਦਾ ਜੋੜ ਕਰ ਦਿੰਦੇ ਹਾਂ। ਇਹਨਾਂ ਨੂੰ ਜੋੜਿਆ ਜਦੋਂ ਕੱਲੀ ਨੂੰ ਤਾਂ ਕੀ ਆਊਗਾ? 3000 ਆ ਜਾਊਗਾ। ਪਰ ਆਪਾਂ ਐਫ ਦੀਆਂ ਵੈਲਿਊਜ਼ ਵੀ ਜੋੜਨੀਆਂ, ਯਾਦ ਆ, ਇਹ ਤਾਂ ਹਮੇਸ਼ਾ ਹੀ ਜੋੜਦੇ ਹਾਂ। ਇਹ ਕਿੰਨਾ ਆ ਗਿਆ? 100। ਦੋਹਾਂ ਨੂੰ, ਇਹਨਾਂ ਦੋਹਾਂ ਨੂੰ ਡਿਵਾਈਡ ਕਰ ਦੇਣਾ, ਆਨਸਰ ਆ ਜਾਊਗਾ। ਆਹ ਦੇਖੋ ਐਫ ਐਕਸ ਨੂੰ ਉੱਪਰ ਰੱਖ ਲਿਆ, ਐਨ ਨੂੰ ਨੀਚੇ, 3000 ਬਟਾ 100 ਕੀ ਆ ਗਿਆ? 30। ਜਾਣੀ ਕਿ ਮੀਨ ਆ ਜਿਹੜਾ 30 ਮਾਰਕਸ ਆ। ਠੀਕ ਆ, ਇਹ ਆਨਸਰ ਆ। ਇਸੇ ਨੂੰ ਹੀ ਸ਼ਾਰਟਕਟ ਮੈਥਡ 'ਚ ਕਿਵੇਂ ਕਰਨਾ ਰਾਜੇ? ਪਿਛਲਾ ਜਿਹੜਾ ਆਪਾਂ ਕੁਐਸਚਨ ਕੀਤਾ, ਜਿਵੇਂ ਆਹ ਪਏ ਆ ਕੁਐਸਚਨ, ਆਹ ਸ਼ਾਰਟਕਟ ਮੈਥਡ ਅਤੇ ਸਿੰਪਲ ਮੈਥਡ ਯਾਦ ਆ? ਆਹ ਦੇਖੋ ਇਹਦੇ 'ਚ ਐਕਸ ਦੀ ਵੈਲਿਊ ਦਿੱਤੀ ਸੀ, ਹੁਣ ਨਹੀਂ ਦਿੱਤੀ ਸੀ, ਕਲਾਸਾਂ ਦਿੱਤੀਆਂ ਸੀ ਤਾਂ ਆਪਾਂ ਅੱਧ ਕਰਕੇ 2 'ਤੇ ਸਮ ਕਰਕੇ 2 'ਤੇ ਡਿਵਾਈਡ ਕਰਕੇ ਐਕਸ ਕੱਢ ਲਈ। ਉਦੋਂ ਬਾਅਦ ਤਾਂ ਸੇਮ ਰਿਹਾ। ਸ਼ਾਰਟਕਟ ਮੈਥਡ ਵੀ ਸੇਮ ਹੀ ਰਹਿਣਾ। ਕਿਵੇਂ? ਉਹ ਮੈਂ ਦਿਖਾਉਂਦਾ। ਸ਼ਾਰਟਕਟ ਮੈਥਡ ਕੀ ਸੀਗਾ? ਆਹ ਐਕਸ ਦੀਆਂ ਵੈਲਿਊ ਦਿੱਤੀਆਂ, ਇਹਦੇ ਤੋਂ ਨਵੀਂ ਐਕਸ ਲੱਭੀ ਸੀ ਡੀ ਐਕਸ, ਫਿਰ ਐਫ ਡੀ ਐਕਸ ਨਾਲ ਪ੍ਰੋਡਕਟ ਕੀਤੀ ਸੀ। ਹੁਣ ਪਹਿਲਾਂ ਤਾਂ ਆਪਾਂ ਐਕਸ ਲੱਭਾਂਗੇ, ਕਿਵੇਂ? ਸਮ ਕਰਾਂਗੇ, 2 'ਤੇ ਡਿਵਾਈਡ ਕਰਕੇ ਐਕਸ ਲੱਭਾਂਗੇ, ਫਿਰ ਨਵੀਂ ਐਕਸ ਲੱਭਾਂਗੇ। ਬਸ ਇੰਨਾ ਹੀ ਕੰਮ ਆ, ਸੌਖਾ ਹੀ ਆ ਨਾ। ਆਹ ਦੇਖੋ ਆਪਣੇ ਕੋਲੇ 0 ਤੋਂ 10 ਦੇ ਵਿੱਚ, ਨਹੀਂ ਇਹ ਤਾਂ ਪਹਿਲਾਂ ਵਾਲਾ ਹੀ ਆ, ਆ ਪਿਆ ਅਜ਼ਿਊਮਡ ਮੀਨ। ਦੇਖੋ ਇਹਨੇ ਨਾ ਸ਼ੁਰੂ 'ਚ ਹੀ ਲਿਖਤਾ ਆਹ ਚੀਜ਼, ਕਹਿੰਦਾ ਹੈ ਮਿਡ ਵੈਲਿਊਜ਼ ਆਫ ਕਲਾਸ ਇੰਟਰਵਲ ਐਕਸ, ਜਾਣੀ ਕਿ ਜਿਹੜੀਆਂ ਮਿਡ ਵੈਲਿਊ ਸੀ ਕਹਿੰਦਾ ਅਸੀਂ ਸਿੱਧੀਆਂ ਹੀ ਲਿਖ ਲਈਆਂ। ਮਤਲਬ ਇੱਥੇ 0 ਤੋਂ 10 ਤੁਸੀਂ ਲਿਖਣਾ, 10 ਤੋਂ 20 ਲਿਖਿਆ ਹੋਊਗਾ, 20 ਤੋਂ 30 ਲਿਖਿਆ ਹੋਊਗਾ। ਇੱਥੇ 0 ਅਤੇ 10 ਦੇ ਮਿਡ 'ਚ ਕੀ ਆ? 0 ਅਤੇ 10 ਦੇ ਅੱਧ 'ਚ ਕੀ ਆਉਂਦਾ ਹੁੰਦਾ? 5, 15,
25 35 ਇਹ ਉਹੀ x ਦੀਆਂ ਵੈਲਿਊ ਜਿਹੜੀਆਂ ਹਾਫ ਕਰਕੇ ਲਿਖੀਆਂ ਉਹੀ ਲਿਖ ਲਈਆਂ। ਤੁਸੀਂ ਦੁਬਾਰਾ ਲਿਖ ਦਿੰਦੇ, ਦੁਬਾਰਾ ਨਹੀਂ ਲਿਖਣੀਆਂ। ਤੁਸੀਂ ਤਾਂ ਪੇਪਰ 'ਚ ਇੱਕ ਹੀ ਵਾਰੀ ਮੈਥਡ ਇੱਕ ਹੀ ਲਾਓਗੇ ਨਾ, ਤੁਸੀਂ ਕਿਹੜਾ ਸਾਰੇ ਲਾਉਣੇ ਆ। ਸੋ ਜਿਹੜਾ ਮੈਥਡ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਲਾ ਸਕਦੇ ਹੋ। ਆਹ ਐਕਸ ਦੀਆਂ ਵੈਲਿਊਜ਼ ਆ ਜਾਣਗੀਆਂ, ਇਹਨਾਂ ਤੋਂ ਨਵੀਆਂ ਲੱਭਣੀਆਂ ਪਹਿਲਾਂ। ਆਹ ਦੇਖੋ ਆਹ ਨਵੀਆਂ ਕਿਵੇਂ ਲੱਭਣੀਆਂ, ਐਕਸ ਮਾਈਨਸ ਏ। ਹੁਣ ਏ ਕੀ ਚੁਣੂਗਾ ਮੈਂ, ਜੇ ਹੁੰਦਾ ਮੈਂ 25 ਚੁਣਨਾ ਸੀ, ਮੈਂ ਵਿਚਾਲਿਓਂ ਜੇ ਨੰਬਰ ਚੁਣਨਾ ਸੀ ਅਤੇ ਇਹਨੇ ਵੀ 25 ਚੁਣਿਆ। ਦੇਖੋ ਐਕਸ ਦੀਆਂ ਵੈਲਿਊ ਕਿਵੇਂ ਕੀਤਾ ਇਹਨਾਂ ਨੇ, ਇਹਦੇ 'ਚੋਂ 25 ਘਟਾਇਆ -20, ਇਹਦੇ 'ਚੋਂ 25 ਘਟਾਇਆ -10, 25 ਚੋਂ 25 ਘਟਾਇਆ 0, 35 ਚੋਂ 25 ਘਟਾਇਆ 10, 20, ਇਹ ਸਾਰੀਆਂ ਵੈਲਿਊਜ਼ ਕੱਢ ਲਈਆਂ। ਹੁਣ ਤੁਸੀਂ ਕੀ ਕਰਨਾ, ਆਹ ਐਕਸ ਨੂੰ ਵੀ ਭੁੱਲ ਜਾਣਾ। ਪਹਿਲਾਂ ਤਾਂ ਕਲਾਸਾਂ ਭੁੱਲ ਗਏ ਸੀ, ਹੁਣ ਐਕਸ ਨੂੰ ਵੀ ਭੁੱਲ ਜਾਓ। ਇਸ ਐਫ ਅਤੇ ਇਸ ਡੀ ਐਕਸ, ਨਿਊ ਐਕਸ ਅਤੇ ਨਿਊ ਐਫ, ਇਹਨਾਂ ਨੂੰ ਪ੍ਰੋਡਕਟ ਕਰ ਦੇਣਾ। 5 ਨੂੰ 20 ਨਾਲ ਕੀਤੀ -100, 10 ਨੂੰ -10 ਨਾਲ ਕੀਤੀ -100, 0, 200, ਇਹਨਾਂ ਦੀ ਪ੍ਰੋਡਕਟ ਕਰਨੀ ਹੈ। 5 ਨੂੰ -20 ਨਾਲ ਕੀਤੀ -100, 10 ਨੂੰ -10 ਨਾਲ ਕੀਤੀ -100, 40 ਨੂੰ 0 ਨਾਲ ਕੀਤੀ 0, 20 ਨੂੰ 10 ਨਾਲ ਕੀਤੀ 200, 25 ਨੂੰ 20 ਨਾਲ ਕੀਤੀ 500। ਸੋ ਇਹ ਵੀਡੀਓਜ਼ ਆ, ਇਹ ਆਪਣੇ ਕੋਲ ਪ੍ਰੋਡਕਟਸ ਆ ਗਈਆਂ। ਉਸ ਤੋਂ ਬਾਅਦ ਕੀ ਆ, ਇਹਨਾਂ ਦਾ ਸਮ ਕਰ ਦੇਣਾ। ਸਮ ਕਿਵੇਂ, ਇਹਦਾ ਕੀ ਆਊਗਾ -200, ਇਹਦਾ ਕੀ ਆਊਗਾ 700, ਪੋਜ਼ੀਟਿਵ ਵਾਲੇ ਦਾ 700, ਇਹਦਾ -200, ਆਨਸਰ ਕੀ ਆ ਗਿਆ 500। ਇਹ ਤੁਸੀਂ ਜੋੜ ਲੈਣਾ। ਨੈਗੇਟਿਵ ਵਾਲੀਆਂ ਪਹਿਲਾਂ ਜੋੜ ਲਿਓ, ਕੀ ਆਊਗਾ 200 ਆਊਗਾ, ਪਰ ਮੂਹਰੇ ਨੈਗੇਟਿਵ ਸਾਈਨ ਲਾਉਣਾ ਪੈਣਾ ਕਿਉਂਕਿ ਸਾਰੀਆਂ ਦੇ ਮੂਹਰੇ ਨੈਗੇਟਿਵ ਆ। ਉਸ ਤੋਂ ਬਾਅਦ ਇਹਨਾਂ ਨੂੰ ਜੋੜੋਗੇ ਤਾਂ 700 ਆਊਗਾ, ਮੂਹਰੇ ਪੋਜ਼ੀਟਿਵ ਸਾਈਨ ਆ, ਸੋ ਇੱਥੇ ਪੋਜ਼ੀਟਿਵ ਲਿਖਤਾ। ਦੋਵਾਂ ਨੂੰ ਜੋੜੋਗੇ 700 ਚੋਂ -200 ਜੋੜੇ, ਜਾਂ ਕਹਿ ਲਓ ਕਿ 700 ਚੋਂ 200 ਘਟਾਏ 500 ਆਪਣਾ ਆਨਸਰ ਆ ਜਾਂਦਾ ਹੈ। ਪਰ ਆਪਾਂ ਐਫ ਨੂੰ ਤਾਂ ਜੋੜਨਾ ਹੁੰਦਾ ਹੀ ਆ, ਉਹ ਕੀ ਆ ਗਿਆ 100। ਹੁਣ ਐਫ ਡੀ ਐਕਸ 'ਤੇ ਇਹਨੂੰ ਡਿਵਾਈਡ ਤਾਂ ਕਰਨਾ, ਪਰ ਅਜ਼ਿਊਮਡ ਮੀਨ ਨੂੰ ਜੋੜਨਾ ਵਿੱਚ। ਬਸ ਇਹ ਤਾਂ ਆਪਾਂ ਕੀਤਾ ਹੀ ਆ ਪਹਿਲਾਂ ਵੀ। ਨਵਾਂ ਕੀ ਸੀ ਇਹਦੇ 'ਚ, ਆਹ ਮਿਡ ਵੈਲਿਊਜ਼ ਆਪਾਂ ਨੂੰ ਦਿੱਤੀਆਂ ਨਹੀਂ ਸੀ, ਐਕਸ ਦੀਆਂ ਵੈਲਿਊ ਇੱਥੇ ਆਪਾਂ ਅੱਧ ਕਰਕੇ ਕੱਢੀਆਂ। ਬਸ ਇੰਨਾ ਕੁ ਫਰਕ ਆ। ਪਿਛਲਾ ਮੈਥਡ ਆ ਜਿਹੜਾ ਉਹੀ ਆ ਸਾਰਾ। ਆਪਣੇ ਕੋਲ ਕੀ ਆ ਗਿਆ, ਐਫ ਡੀ ਐਕਸ 500 ਆਇਆ, ਉਹ ਦੇਖੋ ਉੱਪਰ ਮੈਂ 500 ਲਿਖਤਾ। ਫਿਰ ਇਹਦੇ ਨਾਲ ਡਿਵਾਈਡ ਕੀਤਾ, ਨੀਚੇ 100 ਲਿਖਤਾ। ਆਹ ਦੇਖੋ ਇੱਥੇ ਵੀ ਇਹਨਾਂ ਨਾਲ ਡਿਵਾਈਡ ਆ, ਪਰ ਇੱਥੇ ਅਜ਼ਿਊਮਡ ਮੀਨ ਜਿਹੜਾ 25 ਲਾਇਆ ਸੀਗਾ ਉਹ ਜੋੜਨਾ ਪੈਣਾ ਮੂਹਰੇ। ਬਸ ਉਹ ਤੁਹਾਡਾ ਆਨਸਰ ਕੀ ਆ ਜਾਊਗਾ, ਪਿਛਲੇ ਦਾ 5 ਆ ਜਾਣਾ, 2 ਜ਼ੀਰੋਆਂ 2 ਨਾਲ ਕੱਟੀਆਂ ਗਈਆਂ, 25 ਮੂਹਰੇ ਲੱਗਿਆ ਹੋਊ, 30 ਆਨਸਰ ਆ ਜਾਣਾ। ਫਿਰ ਤੁਹਾਡਾ ਉਹੀ ਆਨਸਰ ਆ, ਉਹੀ ਵੈਲਿਊ ਆ। ਠੀਕ ਹੈ, ਇੱਦਾਂ ਦੇ ਕੁਐਸਚਨ ਆ ਇਹ। ਥਰਡ ਮੈਥਡ ਵੀ ਲਾਈ ਬੈਠੇ ਆ। ਥਰਡ ਮੈਥਡ 'ਚ ਇਹਨੇ ਜਿਹੜੀ ਐਕਸ ਆ ਥੋੜ੍ਹੀ ਜਿਹੀ ਹੋਰ ਛੋਟੀ ਕੀਤੀ ਹੈ, ਡਿਵਾਈਡ ਵੀ ਕੀਤੀ ਆ। ਇਹ ਮੈਂ ਤੁਹਾਨੂੰ ਦੱਸਦਾ ਵੀ ਕਿਹਦੇ ਨਾਲ ਡਿਵਾਈਡ ਕਰਨੀ ਹੁੰਦੀ ਹੈ। ਕਲਾਸ ਇੰਟਰਵਲ ਦੀ ਜਿਹੜੀ ਵਿਡਥ ਆ ਨਾ, ਦੇਖੋ ਥੋੜ੍ਹਾ ਜਿਹਾ ਧਿਆਨ ਨਾਲ ਤੁਹਾਨੂੰ ਨਵਾਂ ਲੱਗੂਗਾ ਇਹ ਮੈਥਡ। ਥਰਡ ਮੈਥਡ 'ਚ ਕੀ ਕਰਨਾ ਹੁੰਦਾ, ਜਿਹਦੇ ਨਾਲ ਮੀਨ ਦੇ ਕੇਸ 'ਚ ਯਾਦ ਰੱਖਿਓ, ਜਿਹਦੇ ਨਾਲ ਡਿਵਾਈਡ ਕੀਤਾ ਉਹਦੇ ਨਾਲ ਪ੍ਰੋਡਕਟ ਕਰਨੀ ਹੁੰਦੀ ਆ ਐਂਡ 'ਤੇ, ਅਤੇ ਜਿਹੜੀ ਚੀਜ਼ ਘਟਾਈ ਆ ਉਹ ਜੋੜਨੀ ਹੁੰਦੀ ਆ। ਪੁੱਠਾ ਹੁੰਦਾ, ਜਿਹੜੀ ਚੀਜ਼ ਘਟਾਈ ਆ ਉਹ ਜੋੜਨੀ ਪਊਗੀ, ਜਿਹਦੇ ਨਾਲ ਡਿਵਾਈਡ ਕੀਤਾ ਉਹਦੇ ਨਾਲ ਪ੍ਰੋਡਕਟ ਕਰਨੀ ਪਊਗੀ। ਹੁਣ ਦੇਖੋ ਐਕਸ ਦੀਆਂ ਵੈਲਿਊਜ਼, ਇਹ ਫੇਰ ਮੂਹਰੇ ਇਹ ਚੀਜ਼ ਲਿਖਦਾ ਨਹੀਂ ਹੈ, ਪਰ ਇਹਨੂੰ ਲਿਖਣੀ ਚਾਹੀਦੀ ਸੀਗੀ। ਮਾਰਕਸ ਆ ਜਿਹੜੇ ਇੱਥੇ ਇਹ ਮੈਂਸ਼ਨ ਕਰ ਦਿੰਦਾ ਤਾਂ ਵਧੀਆ ਸੀ। ਇੱਥੇ ਮਾਰਕਸ ਲਿਖਦਾ, ਇੱਥੇ 0 ਤੋਂ 10 ਲਿਖਦਾ, ਇੱਥੇ 10 ਤੋਂ 20 ਲਿਖਦਾ। 0 ਤੋਂ 10 ਤੋਂ ਮਿਡ ਵੈਲਿਊਜ਼ ਕੱਢੀਆਂ ਜਦੋਂ, ਮਿਡ ਵੈਲਿਊਜ਼ ਆਫ ਕਲਾਸ ਇੰਟਰਵਲ, ਆਹ ਚੀਜ਼ ਪੜ੍ਹੋ ਕੀ ਆਊਗੀ 5। 10 ਤੋਂ 20 ਦੀ ਕੱਢੀ ਤਾਂ 15। ਇੱਦਾਂ ਇਹ ਵੈਲਿਊਜ਼ ਫਿਰ ਇਹਨੇ ਉਹੀ ਕੱਢ ਕੇ ਰੱਖ ਲਈਆਂ। ਕਹਿੰਦਾ ਮੈਂ ਦੁਬਾਰਾ ਕਲਾਸਾਂ ਨਹੀਂ ਲਿਖਣੀਆਂ, ਨਾ ਲਿਖੇ ਕੋਈ ਪ੍ਰੋਬਲਮ ਨਹੀਂ ਆਉਂਦਾ, ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਆਹ ਐਫ ਵੀ ਉਹੀ ਆ ਸੇਮ, ਪਰ ਇਹ ਤਾਂ ਕਿ ਜਿਹੜੀ ਆ ਨਵੀਂ ਐਕਸ ਲੱਭੀ ਆ, ਦੇਖੋ ਨਵੀਂ ਐਕਸ ਆਪਾਂ ਸ਼ਾਰਟਕਟ ਮੈਥਡ ਹੋਵੇ ਜਾਂ ਸ਼ਾਰਟਕਟ ਤੋਂ ਵੀ ਸੌਖਾ ਮੈਥਡ ਆ ਇਹ, ਥਰਡ ਮੈਥਡ ਆ ਇਹ ਲਾਉਣਾ। ਐਕਸ ਦੀ ਨਵੀਂ ਵੈਲਿਊ ਇੱਥੇ ਆਪਾਂ ਨੂੰ ਲੱਭਣੀ ਪੈਂਦੀ ਹੈ। ਜੇ ਤੁਸੀਂ ਡਾਇਰੈਕਟ ਐਫ ਅਤੇ ਐਕਸ ਦੀ ਪ੍ਰੋਡਕਟ ਕਰਦੇ ਤਾਂ ਵੀ ਹੋ ਜਾਣਾ ਸੀ, ਉਹ ਡਾਇਰੈਕਟ ਮੈਥਡ ਅਖਵਾਉਣਾ ਸੀਗਾ। ਤੁਸੀਂ ਐਫ ਅਤੇ ਐਕਸ ਦੀ ਪ੍ਰੋਡਕਟ ਕਰਨੀ ਸੀਗੀ ਅਤੇ ਸਮੇਸ਼ਨ ਆਫ ਐਫ ਨਾਲ ਡਿਵਾਈਡ ਕਰ ਦੇਣਾ ਸੀ। ਇਹਨਾਂ ਦੀ ਪ੍ਰੋਡਕਟ ਕਰਕੇ ਜੋੜਨਾ ਸੀਗਾ ਅਤੇ ਫਿਰ ਸਮੇਸ਼ਨ ਆਫ ਐਫ ਨਾਲ ਡਿਵਾਈਡ ਕਰ ਦੇਣਾ ਸੀ, ਉਹ ਵੀ ਤੁਹਾਡਾ ਆਨਸਰ ਆ ਜਾਣਾ ਸੀਗਾ। ਪਰ ਇਹ ਕੀ ਆ, ਇਹ ਕਹਿੰਦੇ ਅਸੀਂ ਕੈਲਕੂਲੇਸ਼ਨ ਸੌਖੀ ਕਰਨੀ ਆ। ਸੋ ਇੱਥੇ ਕੀ ਕਰਾਂਗੇ ਆਪਾਂ, ਇੱਥੇ ਐਕਸ ਨਹੀਂ, ਇਹਨਾਂ ਨੇ ਯੂ ਲਿਖ ਲਈ। ਕਹਿੰਦਾ ਯੂ ਦੀ ਵੈਲਿਊ ਕੱਢ ਲਓ। ਸੋ ਇਹਦੀ ਵੈਲਿਊ ਕੱਢੀ ਕਿਵੇਂ ਆ, ਇਹ ਧਿਆਨ ਨਾਲ ਦੇਖੋ। ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ, ਆਪਣੇ ਕੋਲ ਐਕਸ 'ਚੋਂ ਕੁਛ ਐਲੀਮੈਂਟ ਕੱਢਤਾ, ਫਿਰ ਕੱਢ ਕੇ ਹਟੇ ਨਹੀਂ, ਐਚ ਨਾਲ ਡਿਵਾਈਡ ਵੀ ਕੀਤਾ। ਹੁਣ ਸਭ ਤੋਂ ਪਹਿਲਾਂ ਏ ਕੀ ਚੁਣਨਾ, ਮੈਂ ਤਾਂ ਫਿਰ 25 ਚੁਣਨਾ ਚਾਹੂੰਗਾ। 25 ਚੁਣ ਲਿਆ, ਦੇਖੋ ਕੀ ਆਊਗਾ ਵੈਲਿਊ, ਐਕਸ -25 ਡਿਵਾਈਡ ਕਿਹਦੇ ਨਾਲ ਕਰਨਾ। ਦੇਖੋ ਐਚ ਆ ਨਾ ਜਿਹੜੀ ਵਿਡਥ ਆਫ ਕਲਾਸ ਹੁੰਦੀ ਹੈ। ਹੁਣ ਵਿਡਥ ਮਤਲਬ 0 ਤੋਂ 10, 10 ਤੋਂ 20, 20 ਤੋਂ 30,
किन्नी विड्थ आ, ਇਹਦੇ 'ਚ डिफरेंस किन्ना 10 ਦਾ, ਇਹਦੇ 'ਚ डिफरेंस किन्ना 10 ਦਾ, ਇਹਦੇ 'ਚ किन्ना 10 ਦਾ, 10 ਦੀਆਂ 10 ਦੀ ਲੈਂਥ ਆ ਨਾ। ਸੋ ਉਹੀ 10 ਆ ਜਿਹੜਾ ਉਹਦੇ ਨਾਲ ਡਿਵਾਈਡ ਕਰੀਦਾ ਹੁੰਦਾ, ਐਚ ਉਹੀ 10 ਹੁੰਦੀ ਹੈ। ਸੋ ਇੱਥੇ ਕੀ ਆ ਗਿਆ ਕਰਕੇ ਦੇਖੋ, ਪਹਿਲਾਂ 5 ਚੱਕ ਲਿਆ, 5 ਚੋਂ 25 ਘਟਾਤੇ ਅਤੇ 10 ਨਾਲ ਡਿਵਾਈਡ ਕਰਤਾ। ਆਹ 25 ਜਿਹੜਾ ਮਰਜ਼ੀ ਚੁਣ ਸਕਦੇ ਹੋ ਤੁਸੀਂ। ਕੀ ਆਇਆ 5 ਚੋਂ 25 ਘਟਾਏ -20, -20 ਨੂੰ 10 ਨਾਲ ਡਿਵਾਈਡ ਕੀਤਾ, ਕੀ ਆਊਗਾ 0 ਨਾਲ 0 ਕੱਟੀ ਗਈ -2 ਆਨਸਰ ਤੁਹਾਡਾ ਆ ਜਾਊਗਾ। ਫਿਰ 10 ਸਿਲੈਕਟ ਕਰ ਲਿਆ, ਇੱਥੇ ਹੀ ਕਰ ਦਿੰਦਾ, 10 ਸਿਲੈਕਟ ਕੀਤਾ ਜਦੋਂ ਕੀ ਆਊਗਾ x -10 ਨਹੀਂ 10 ਸਿਲੈਕਟ ਕੀਤਾ x -25/10। ਇਹਦੀ ਇੱਥੇ x ਦੀਆਂ ਵੈਲਿਊ ਭਰੀ ਜਾਣੀਆਂ। x ਦੀ ਵੈਲਿਊ ਜਦੋਂ 10 ਰੱਖੀ 10 -25/10 ਇਹੀ ਆਊਗਾ। 10 ਚੋਂ 25 ਕੱਢੇ ਕਿੰਨੇ ਹੁੰਦੇ ਆ, 25 ਚੋਂ 10 ਕੱਢੇ ਕਿੰਨੇ ਹੁੰਦੇ ਆ 15, ਪਰ ਵੱਡੇ ਦੇ ਮੂਹਰੇ ਨੈਗੇਟਿਵ ਆ ਤਾਂ -15। ਨੀਚੇ ਕੀ ਆ 10। ਰਾਜੇ ਜਦੋਂ ਨੀਚੇ 1 0 ਹੋਵੇ ਨਾ, 1 ਦੇ ਪਿੱਛੇ ਇਹਦੇ ਪਿੱਛੇ 1 0 ਲੱਗੀ ਆ ਤਾਂ ਇੱਧਰੋਂ 1 ਪੁਆਇੰਟ ਛੱਡ ਦਈਦਾ ਹੁੰਦਾ। ਤੁਸੀਂ ਪੁਆਇੰਟ ਛੱਡੋਗੇ 5, ਇੱਥੇ -1 ਆਊਗਾ। ਦੇਖੋ ਇਹ ਉੱਪਰਲਾ ਨੰਬਰ ਹੀ ਲਿਖਿਆ ਹੋਇਆ, ਪਰ 1 ਪੁਆਇੰਟ ਛੱਡ ਕੇ ਮੈਂ ਆਹ ਪੁਆਇੰਟ ਲਾਤਾ, 1 ਡੈਸੀਮਲ ਛੱਡ ਕੇ 1 ਅੱਖਰ ਛੱਡ ਕੇ ਪੁਆਇੰਟ ਲਾਤਾ -1.5। ਸੋ ਦੇਖੋ ਇੱਥੇ ਆਪਣੇ ਕੋਲ ਕੀ ਆ, ਅੱਛਾ 25 ਵਾਲੀ ਕੱਢਣਾ ਸੀ ਮੈਂ, ਕੀ 10 ਭਰਤਾ, ਦੁਬਾਰਾ ਦੇਖੋ ਫਿਰ 15 ਭਰਨਾ ਸੀਗਾ ਆਪਾਂ, ਗੜਬੜ ਹੋ ਗਈ। x ਦੀ ਵੈਲਿਊ ਕੀ ਹੈ x -25/10 ਕੈਲਕੂਲੇਟ ਕਰਨਾ। x ਦੀ ਜਗ੍ਹਾ 'ਤੇ ਪਹਿਲਾਂ 5 ਭਰਿਆ ਸੀ, ਹੁਣ 15 ਭਰਨਾ ਸੀ। 15 ਭਰਿਆ x ਦੀ ਜਗ੍ਹਾ, 15 -25 ਤਾਂ ਸੇਮ ਹੀ ਰੱਖੋ ਓਵਰ 10 ਕਿੰਨਾ ਹੋਊਗਾ। 15 ਚੋਂ 25 ਕੱਢੇ 10 ਆਉਂਦਾ ਵੱਡੇ ਦੇ ਮੂਹਰੇ, ਨੈਗੇਟਿਵ ਲਾਤੀ, ਨੀਚੇ ਕੀ ਹੈ 10, ਇਹ ਕੀ ਆ ਜਾਊਗਾ -1। ਦੇਖੋ ਫਿਰ 15 ਦੇ ਮੂਹਰੇ ਇਹਨਾਂ ਨੇ ਕੀ ਲਾਇਆ ਹੋਇਆ, ਆਹ ਦੇਖੋ -1 ਲਾਇਆ ਹੋਇਆ। ਇਹਦੇ 'ਤੇ ਧਿਆਨ ਨਾ ਦਿਓ, ਠੀਕ ਆ। ਫਿਰ 25 ਦੀ ਵਾਰੀ ਆ ਗਈ, 25 ਦੇ ਮੂਹਰੇ 0, ਕਿਉਂ? ਕਿਉਂਕਿ x ਦੀ ਜਗ੍ਹਾ ਵੀ 25 ਰੱਖਤਾ, ਘਟਾਇਆ ਕੀ ਆ ਉਹ ਵੀ 25 ਆ, ਆਹ ਦੇਖੋ। ਅਤੇ ਨੀਚੇ ਡਿਵਾਈਡ ਕਿਹਦੇ ਨਾਲ ਕੀਤਾ 10 ਨਾਲ, ਕੀ ਆਊਗਾ 25 ਚੋਂ 25 ਕੱਢੇ 0/10। ਰਾਜੇ ਕਿਸੇ ਵੀ ਨੰਬਰ ਉੱਪਰ 0 ਪਈ ਹੋਵੇ, ਨੀਚੇ ਬਟੇ 'ਚ ਕੁਛ ਵੀ ਹੋਵੇ, ਉਹ 0 ਹੀ ਹੁੰਦੀ ਹੈ। ਸੋ ਇਹ ਆਨਸਰ ਕੀ ਆਊਗਾ 0, ਇਹਨੂੰ ਭੁੱਲ ਜਾਓ। ਦੇਖੋ ਕੀ ਆਉਂਦਾ 25 ਦੇ ਮੂਹਰੇ 0। ਅੱਗੇ ਆ ਗਿਆ 35, x ਦੀ ਜਗ੍ਹਾ 'ਤੇ ਆਹ ਫਾਰਮੂਲੇ 'ਚ ਭਰੀ ਜਾਣਾ ਬਸ ਆਪਾਂ। x ਦੀ ਜਗ੍ਹਾ 'ਤੇ 35, a ਦੀ ਜਗ੍ਹਾ 'ਤੇ 25, ਨੀਚੇ ਕੀ ਹੈ h ਦੀ ਜਗ੍ਹਾ 'ਤੇ 10। 35 - 25 ਕੀ ਆਊਗਾ 10/10, ਆਨਸਰ ਕੀ ਆ ਗਿਆ 1। ਠੀਕ ਹੈ ਜੀ, ਆ ਆਪਣੇ ਕੋਲੇ ਵੈਲਿਊ ਆ ਗਈ। ਸੋ ਇਸ ਤਰੀਕੇ ਨਾਲ ਇਹ ਨਵੀਂ u ਆ ਜਿਹੜੀ, ਇਹ ਕੈਲਕੂਲੇਟ ਕਰ ਲੈਣੀ ਆ। ਕੈਲਕੂਲੇਟ ਕਰਨ ਦੇ ਬਾਅਦ ਕੀ ਕਰਨਾ ਤੁਸੀਂ, ਉਹੀ ਪੁਰਾਣਾ ਕੰਮ, ਇਹਨੂੰ ਵੀ ਭੁੱਲ ਜਾਣਾ। ਹੁਣ f ਅਤੇ u ਦੀਆਂ ਵੈਲਿਊ ਨੂੰ ਪ੍ਰੋਡਕਟ ਕਰਕੇ ਲਿਖਣਾ। ਦੇਖੋ ਕੀ ਆਊਗਾ, ਆਹ ਦੇਖੋ ਇਹਨੇ FU ਵੀ ਲਿਖਤਾ, ਇਹਨੂੰ ਇਹਦੇ ਨਾਲ ਪ੍ਰੋਡਕਟ ਕੀਤਾ -10, ਇਹਨੂੰ ਇਹਦੇ ਨਾਲ ਪ੍ਰੋਡਕਟ ਕੀਤਾ -10, ਇਹਨੂੰ ਇਹਦੇ ਨਾਲ ਪ੍ਰੋਡਕਟ ਕੀਤਾ 0, ਇਹਨੂੰ ਇਹਦੇ ਨਾਲ ਪ੍ਰੋਡਕਟ ਕੀਤਾ 20, 25 ਦੂਣ 50। ਫਿਰ ਇਹਨਾਂ ਦਾ ਕੀ ਕਰਨਾ, ਜੋੜ ਕਰਕੇ ਕੀ ਆ ਗਿਆ 50। ਕਿਵੇਂ ਜੋੜ ਕੀਤਾ, 10 ਨੂੰ 10 'ਤੇ ਜੋੜਿਆ 20 ਆ ਗਿਆ, 20 ਨੂੰ 50 'ਤੇ ਜੋੜਿਆ 70 ਆ ਗਿਆ। ਨੈਗੇਟਿਵ ਪਹਿਲਾਂ ਵਾਲਿਆਂ ਮੂਹਰੇ ਲਾਉਣਾ ਸੀ, ਲਾਤਾ, 70 ਚੋਂ 20 ਕੱਢੇ 50 ਹੁੰਦੇ ਆ, ਸੋ 50 ਆ ਗਿਆ। ਅਤੇ ਇੱਧਰ f ਨੂੰ ਤਾਂ ਜੋੜਨਾ ਹੀ ਜੋੜਨਾ, ਸੋ ਇਹ 100 ਹੀ ਆਉਣਾ ਵਾ। ਹੁਣ ਕੀ ਕੀਤਾ ਦੇਖੋ, FU ਨੂੰ ਮੈਂ ਉਵੇਂ ਹੀ ਡਿਵਾਈਡ ਕਰੂੰਗਾ ਸਮੇਸ਼ਨ ਆਫ f ਨਾਲ, ਪਰ ਕਿਉਂਕਿ h ਨਾਲ ਡਿਵਾਈਡ ਕੀਤਾ ਸੀ ਇੱਥੇ h ਨਾਲ ਪ੍ਰੋਡਕਟ ਕਰ ਦਿਓ। a ਇੱਥੇ ਘਟਾਈ ਸੀ ਨਾ, ਸੋ ਉਹੀ a ਇੱਥੇ ਜੋੜ ਦਿਓ। ਆਹ ਦੇਖੋ ਇਹਨਾਂ ਨੇ ਇਹੀ ਕੰਮ ਕੀਤਾ ਹੋਇਆ ਇੱਥੇ, ਆਹ ਦੇਖੋ h ਨਾਲ ਪ੍ਰੋਡਕਟ ਕਰਤਾ। ਆਹ ਜਿਹੜਾ ਨਾ ਇੱਥੇ f ਆ, FU ਆ, ਇਹ ਗਲਤ ਲਿਖੀ ਬੈਠਾ, ਇਹ HU ਲਿਖੀ ਬੈਠਾ ਨਾ, ਇੱਥੇ ਇਹ FU ਆ, f ਲਿਖੋ FU ਆ, ਮੂਹਰੇ h ਲਾਉਣੀ ਪੈਣੀ ਆ, ਪ੍ਰੋਡਕਟ ਕਰਨੀ ਪੈਣੀ ਹੈ, ਅਤੇ ਫਿਰ a ਜੋੜਨਾ ਪੈਣਾ। ਬਸ ਇਦੂਗਾ ਵੈਲਿਊ ਭਰਨੀ ਆ। a ਦੀ ਜਗ੍ਹਾ 'ਤੇ 25, h ਕਿੰਨੀ ਸੀ ਉਹ 10 ਆ, FU ਕੀ ਆ, ਆਹ ਲਿਖੀ ਹੋਈ ਆ 50 ਵਾ, ਅਤੇ ਨੀਚੇ n ਲਿਖਣੀ ਆ, ਉਹ ਕੀ ਆ 100। ਸੋ ਇਹ ਵੈਲਿਊ ਭਰਤੀਆਂ। 25 ਅਤੇ 10 ਜੋੜੇ ਤਾਂ 35 ਆਉਂਦਾ ਹੁੰਦਾ, ਨਹੀਂ ਗਲਤ ਹੋ ਗਿਆ। ਇਹ 0 ਨਾਲ ਇਹ 0 ਗੁਣਾ ਹੋਈ ਆ ਨਾ, ਇਹਨੂੰ ਪਹਿਲਾਂ ਸੋਲਵ ਕਰੋਗੇ ਤੁਸੀਂ।
25 ਨੂੰ ਅੱਡ ਹੀ ਰਹਿਣ ਦੇਣਾ। 0 ਨਾਲ 0 ਕੱਟਤੀ, ਕਿੰਨਾ ਰਹਿ ਗਿਆ 5/10। ਫਿਰ 0 ਨਾਲ 0 ਕੱਟਤੀ, ਕੀ ਰਹਿ ਗਿਆ 5। ਸੋ 25 ਜਮ੍ਹਾਂ 5 ਕਿੰਨਾ 30 ਆ ਗਿਆ। ਰਾਜੇ ਆਹ ਕਟਿੰਗ 'ਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ? 10ਵੀਂ 'ਚ ਕੀਤਾ ਹੋਣਾ ਮਾੜਾ ਮੋਟਾ ਤੁਸੀਂ। ਸੋ ਫਿਰ ਆਪਣੇ ਕੋਲ 30 ਹੀ ਆਨਸਰ ਆਊਗਾ, ਸੇਮ ਹੀ ਆਨਸਰ ਆਉਂਦਾ ਹੁੰਦਾ, ਠੀਕ ਹੈ। ਸੋ ਇਹ ਮੀਨ ਆਪਣਾ ਸਾਰਾ ਮੇਰੇ ਹਿਸਾਬ ਨਾਲ ਤਾਂ ਹੋ ਜਾਣਾ ਚਾਹੀਦਾ। ਹੁਣ ਮੀਡੀਅਨ ਆ ਗਿਆ। ਮੀਡੀਅਨ ਆ ਜਿਹੜਾ ਆਪਣਾ ਲੈਕਚਰ ਹੋ ਗਿਆ 25 ਮਿੰਟ ਦਾ, 5 ਮਿੰਟ ਮੈਂ ਲਾਊਂਗਾ ਹੋਰ, ਫਿਰ ਜ਼ਿਆਦਾ ਕੁਐਸਚਨ ਕਰਵਾਊਂਗਾ ਤਾਂ ਕਨਫਿਊਜ਼ ਹੋ ਜਾਓਗੇ। ਮੀਡੀਅਨ ਕੀ ਹੁੰਦਾ ਰਾਜੇ? ਮੀਨ ਦੇ ਪਹਿਲਾ ਦਿਨ ਜਦੋਂ ਪਹਿਲਾ ਲੈਕਚਰ ਮੈਂ ਲਾਇਆ ਉਦੋਂ ਤੁਹਾਨੂੰ ਵੀ ਇਹ ਚੀਜ਼ ਦਾ ਹੋਇਆ ਸੀਗਾ ਬਈ ਕਨਫਿਊਜ਼ਨ। ਮੈਂ ਕਨਫਿਊਜ਼ਨ ਕਲੀਅਰ ਕੀਤੀ ਸੀ ਬਈ ਮੀਨ 'ਚ ਆਪਣਾ ਡੇਟਾ ਜਿਹੜਾ ਉਹ ਇੰਨਾ ਸਹੀ ਨਹੀਂ ਆਉਂਦਾ ਹੁੰਦਾ। ਮੀਨ 'ਚ ਡੇਟਾ ਇੰਨਾ ਸਹੀ ਨਹੀਂ ਆਉਂਦਾ ਹੁੰਦਾ, ਐਰਰ ਆਉਂਦਾ। ਜਿਵੇਂ ਆਪਾਂ ਪ੍ਰਤੀ ਵਿਅਕਤੀ ਆਮਦਨ ਕੈਲਕੂਲੇਟ ਕਰਕੇ ਦੇਖੀ ਸੀਗੀ ਤਾਂ ਉਹ ਪ੍ਰਤੀ ਵਿਅਕਤੀ ਆਮਦਨ ਇੰਨੀ ਸਹੀ ਨਹੀਂ ਸੀ। ਆਪਾਂ ਅੰਬਾਨੀ ਅਤੇ ਰਿਕਸ਼ੇ ਵਾਲੀ ਦੀ ਆਮਦਨ ਜੋੜ ਕੇ 2 ਨਾਲ ਡਿਵਾਈਡ ਕਰਕੇ ਕਹਿ ਦਾਂਗੇ ਵੀ ਦੋਵੇਂ ਜਾਣੇ ਮਹੀਨੇ ਦਾ ਟ੍ਰਿਲੀਅਨ ਕਮਾ ਰਹੇ ਆ, ਪਰ ਝੂਠ ਆ ਨਾ, ਇਹ ਰਿਕਸ਼ੇ ਵਾਲਾ ਨਹੀਂ ਕਰਵਾ ਰਿਹਾ। ਸੋ ਇਹ ਐਰਰ ਆ ਜਿਹੜਾ ਇਹ ਕਿਵੇਂ ਨਿਕਲਦਾ ਦੇਖੋ। ਮੀਡੀਅਨ ਕੀ ਹੁੰਦਾ? ਵਿਚਾਲਾ। ਮੀਡੀਅਨ ਦਾ ਮੀਡੀਅਨ ਤੋਂ ਪਤਾ ਵੀ ਲੱਗ ਰਿਹਾ ਵੀ ਮੀਡੀਅਨ ਮਤਲਬ ਵਿਚਾਲਾ। ਜਿਵੇਂ ਕਹਿ ਲਓ ਕਿ ਹਾਫ ਕਰ ਦਿੰਦੇ ਨਾ, ਮਿਡਲ ਦੇ ਹਿਸਾਬ ਨਾਲ ਮੀਡੀਅਨ ਇਹਨਾਂ ਨੇ ਨਾਂ ਰੱਖਿਆ ਹੋਇਆ। ਦੇਖੋ ਜਿਵੇਂ 25 ਹੈ, ਇੱਥੇ ਆਪਣੇ ਕੋਲ 25 ਲੱਖ ਰੁਪਈਆ ਕੋਈ ਸਾਲ ਦਾ ਕਮਾਉਂਦਾ, ਇੱਥੇ ਆ ਗਿਆ 30 ਲੱਖ ਕੋਈ ਸਾਲ ਦਾ ਕਮਾਉਂਦਾ, ਇੱਥੇ 40 ਲੱਖ ਕੋਈ ਸਾਲ ਦਾ ਕਮਾਉਂਦਾ, ਫਿਰ ਗਾਂ 1 ਲੱਖ ਕੋਈ ਸਾਲ ਦਾ ਕਮਾਉਂਦਾ, ਨਹੀਂ 20 ਲੱਖ ਲਾਓ, 20 ਲੱਖ ਸਾਲ ਦਾ, ਫਿਰ 10 5। ਇੱਥੇ ਮੀਡੀਅਨ ਕੀ ਆਊਗਾ? ਵਿਚਾਲਾ ਜਾਂ ਚਲੋ ਇੱਥੇ ਲਾ ਲਓ 4, ਵਿਚਾਲਾ। ਤੁਸੀਂ ਕਹੋਗੇ ਸਰ 3 ਇੱਧਰ ਛੱਡ ਦਿਓ, 3 ਇੱਧਰ ਛੱਡ ਦਿਓ, ਆਹ ਵਿਚਾਲਾ ਆ ਗਿਆ 20 ਲੱਖ ਪਰ ਮੰਥ ਦੇ ਹਿਸਾਬ ਨਾਲ। ਸੋ ਇਹ ਵਿਚਾਲਾ ਜਿਹੜਾ ਇਹੀ ਕੈਲਕੂਲੇਟ ਕਰਨ ਨੂੰ ਮੀਡੀਅਨ ਕਹਿੰਦੇ ਆ। ਆਪਾਂ ਨੂੰ ਵਿਚਾਲਾ ਦੇਖਣਾ ਪੈਂਦਾ। ਜਿਵੇਂ 100 ਰਿਕਸ਼ੇ ਵਾਲੇ ਅਤੇ 100 ਅੰਬਾਨੀ ਦੇ ਪਾਰਟਨਰਸ, 200 ਜਣਿਆਂ ਦੀ ਪ੍ਰਤੀ ਵਿਅਕਤੀ ਆਮਦਨ ਤੁਸੀਂ ਕੱਢ ਰਹੇ ਹੋ, ਠੀਕ ਹੈ। ਤੁਸੀਂ 200 ਨਾਲ ਡਿਵਾਈਡ ਕਰਕੇ ਪਾਸੇ ਹੋ ਗਏ। ਇਹਦੇ ਨਾਲ ਕੀ ਹੋਇਆ ਕਿ ਜਿਹੜੇ ਅੰਬਾਨੀ ਦੇ ਪਾਰਟਨਰ ਸੀਗੇ ਉਹਨਾਂ ਦੀ ਤਾਂ ਮੰਨ ਲਓ ਤਨਖਾਹ ਬਣ ਗਈ ਕਰੋੜਾਂ 'ਚ, ਅਤੇ ਰਿਕਸ਼ੇ ਵਾਲੇ ਆ ਜਿਹੜੇ ਉਹਨਾਂ ਦੀ ਬਣ ਗਈ ਰੁਪਈਆਂ 'ਚ, ਮਤਲਬ ਕਹਿ ਲਓ ਕਿ 100 ਰੁਪਏ 50 ਰੁਪਏ ਇੱਦਾਂ ਬਣਨੀ ਹੈ। ਸੋ ਇਹਦੇ ਨਾਲ ਜਦੋਂ ਆਪਾਂ ਮੀਨ ਕੱਢਾਂਗੇ ਸਾਰਿਆਂ ਦੀ ਕਰੋੜਾਂ 'ਚ ਬਣ ਜਾਣੀ, ਰਿਕਸ਼ੇ ਵਾਲਿਆਂ ਦੀ ਵੀ। ਸੋ ਆਪਾਂ ਉੱਥੇ ਵਿਚਾਲਾ ਜਿਹਾ ਦੇਖਦੇ ਹਾਂ ਇੱਕ ਵਾਰੀ ਵੀ ਵਿਚਾਲੇ ਕਿਹਦੀ ਤਨਖਾਹ, ਵੀ ਵਿਚਾਲੇ ਵੀ ਉਹੀ ਕੁਛ ਹੋ ਰਿਹਾ ਵਾ, ਕਰੋੜਾਂ 'ਚ ਹੀ ਗੱਲ ਹੋ ਰਹੀ ਹੈ। ਕਈ ਵਾਰੀ ਕੀ ਹੁੰਦਾ ਜਦੋਂ ਤੁਸੀਂ ਮੀਡੀਅਨ ਕੈਲਕੂਲੇਟ ਕਰਦੇ ਹੋ, ਜਿਵੇਂ ਇੱਥੇ 5 ਲੱਖ ਤਨਖਾਹ, 4 ਲੱਖ ਤਨਖਾਹ, 7 ਲੱਖ ਤਨਖਾਹ, ਇੱਥੇ 1000 ਰੁਪਈਏ ਆ ਜਾਂਦੀ ਹੈ। 1000 ਰੁਪਈਏ, 5000 ਰੁਪਈਏ, 6000 ਰੁਪਈਏ, 8000 ਰੁਪਈਏ। ਇੱਥੇ ਜਦੋਂ ਤੁਸੀਂ ਮੀਡੀਅਨ ਕੈਲਕੂਲੇਟ ਕਰੋਗੇ, 3 ਇੱਧਰ ਛੱਡ ਕੇ 3 ਇੱਧਰ ਛੱਡ ਕੇ, ਤੁਸੀਂ ਇੱਥੇ ਪਹੁੰਚ ਜਾਓਗੇ ਵੀ 1000 ਰੁਪਈਆ ਆਵੇ ਮੀਡੀਅਨ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਗੜਬੜ ਆ ਕੁਛ, ਵੀ ਵਿੱਚ ਗਰੀਬ ਬੰਦੇ ਵੀ ਸ਼ਾਮਲ ਆ। ਸੋ ਮੀਡੀਅਨ ਨਾਲ ਆਪਾਂ ਨੂੰ ਮੀਨ ਦਾ ਜਿਹੜਾ ਐਰਰ ਆ ਉਹ ਪਤਾ ਲੱਗਦਾ। ਮੈਨੂੰ ਲੱਗਦਾ ਮੈਂ ਜ਼ਿਆਦਾ ਸ਼ੁਰੂ 'ਚ ਆ ਗਿਆ। ਹਾਂ ਆਹ ਦੇਖੋ, ਹੁਣ ਇਹੀ ਚੀਜ਼ ਆ ਜਿਹੜੀ ਇਹ ਦੱਸ ਰਹੇ ਆ ਵੀ ਕਿਵੇਂ ਮੀਡੀਅਨ ਕੱਢਿਆ ਜਾ ਸਕਦਾ ਵਾ, ਠੀਕ ਆ। ਸਭ ਤੋਂ ਪਹਿਲਾਂ ਇਹ ਅਨਗਰੁੱਪਡ ਡਾਟਾ ਜਿਹੜਾ ਉਹਦੇ 'ਚ ਆ ਗਏ, ਅਨਗਰੁੱਪਡ ਫ੍ਰੀਕੁਐਂਸੀ ਡਿਸਟਰੀਬਿਊਸ਼ਨ 'ਚ ਕਹਿੰਦਾ ਕਿਵੇਂ ਇਹਨੂੰ ਕੈਲਕੂਲੇਟ ਕੀਤਾ ਜਾ ਸਕਦਾ ਵਾ ਮੀਡੀਅਨ ਨੂੰ। ਅੱਛਾ, ਆਪਣੇ ਕੋਲ ਕੀ ਆ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ, ਅਨਗਰੁੱਪਡ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਆ ਜਿਹੜੀ ਉਹਦੇ ਵਾਸਤੇ ਕਹਿੰਦਾ ਕਿਵੇਂ ਕੈਲਕੂਲੇਟ ਕਰਾਂਗੇ। ਪਹਿਲਾਂ ਦੇਖ ਲਈਏ ਇਸ ਤੋਂ ਉੱਪਰ ਤਾਂ ਨਹੀਂ ਕੁਛ ਰਹਿ ਗਿਆ ਕੋਈ। ਮੀਡੀਅਨ ਆਹ ਵੇਖ ਲਓ, ਇਹਨਾਂ ਨੇ ਡੈਫੀਨੇਸ਼ਨ ਵੀ ਲਿਖਤੀ, ਮੀਡੀਅਨ ਇਜ਼ ਦਾ ਸੈਂਟਰਲ ਵੈਲਿਊ ਆਫ ਦਾ ਵੇਰੀਏਬਲ ਵੈਨ ਵੈਲਿਊਜ਼ ਆਰ ਅਰੇਂਜਡ ਇਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ ਇਨ ਮੈਗਨੀਟਿਊਡ। ਮਤਲਬ ਕੀ ਹੈ, ਵੈਲਿਊਜ਼ ਕਈ ਵਾਰੀ ਐਂ ਦੇ ਦਿੰਦੇ ਆ 1 2 6 4 7, ਕਹਿੰਦਾ ਵਿਚਾਲੇ ਦੀ ਵੈਲਿਊ ਹੋਊਗੀ, ਪਰ ਪਹਿਲਾਂ ਇਹਨੂੰ ਅਰੇਂਜ ਕਰੋ, ਜਾਂ ਅਸੈਂਡਿੰਗ ਜਾਂ ਡਿਸੈਂਡਿੰਗ 'ਚ, ਜਾਂ ਵੱਧਦੇ ਕ੍ਰਮ 'ਚ ਜਾਂ ਘੱਟਦੇ ਕ੍ਰਮ 'ਚ। ਮੈਂ ਵੱਧਦੇ ਕ੍ਰਮ 'ਚ ਲਿਖਣ ਲੱਗਾ,
ਛੋਟਾ 1, ਉਸ ਤੋਂ ਵੱਡਾ 2, ਉਸ ਤੋਂ ਵੱਡਾ ਕੀ ਆਊਗਾ 4, ਉਸ ਤੋਂ ਵੱਡਾ 6, ਉਸ ਤੋਂ ਵੱਡਾ 7। ਦੇਖੋ ਇੱਕ ਸੀਕੁਐਂਸ 'ਚ ਲਿਖ ਲਿਆ। ਹੁਣ ਕਹਿੰਦੇ ਦੇਖੋ ਜਿਹੜੀ ਚੀਜ਼ ਵਿਚਾਲੇ ਜੇ ਆ ਗਈ ਉਹ ਕਹਿੰਦਾ ਤੁਹਾਡਾ ਮੀਡੀਅਨ ਹੋਊਗਾ। ਮੈਂ ਕਹੂੰਗਾ 4, ਵਿਚਾਲੇ ਆ ਗਿਆ 4 ਸਾਡਾ ਮੀਡੀਅਨ। ਇੱਥੇ ਹੁਣ ਜਿਹੜਾ ਉੱਪਰ ਡੇਟਾ ਲਿਖਿਆ ਸੀਗਾ ਆਪਾਂ ਉਹਦੇ 'ਚ ਨਹੀਂ, ਬਿਨਾਂ ਔਡਰ ਦੇ ਬਿਨਾਂ ਅਰੇਂਜ ਕੀਤੇ ਤੁਸੀਂ ਮੀਡੀਅਨ ਨਹੀਂ ਕੱਢ ਸਕਦੇ, ਬਿਨਾਂ ਅਰੇਂਜ ਕੀਤੇ ਅਸੈਂਡਿੰਗ ਔਰ ਡਿਸੈਂਡਿੰਗ। ਸਭ ਤੋਂ ਪਹਿਲਾਂ ਕਹਿੰਦਾ ਕਈ ਵਾਰੀ ਕੀ ਹੁੰਦਾ ਨਾ, ਅਰੇਂਜ ਕਰਨ ਤੋਂ ਬਾਅਦ ਕਹਿੰਦਾ ਆਹ ਚੀਜ਼ ਆ ਜਾਂਦੀ ਹੈ ਆਪਣੇ ਕੋਲ। ਮਤਲਬ ਕਹਿੰਦੇ ਕਿ ਮੰਨ ਲਓ ਤੁਹਾਡੇ ਕੋਲ n ਵੈਲਿਊਜ਼ ਆ ਅਤੇ n ਔਡ ਆ, ਅਰੇਂਜ ਕਰਨ ਤੋਂ ਬਾਅਦ ਕਹਿੰਦਾ ਮੀਡੀਅਨ ਆ ਹੋਊਗਾ। ਦੇਖੋ ਕਿਵੇਂ, n ਵੈਲਿਊਜ਼ ਮੰਨ ਲਓ ਮੇਰੇ ਕੋਲ 7 ਵੈਲਿਊਜ਼ ਆ, 1 2 3 5 7 10 6 ਹੋ ਗਈਆਂ 12। ਦੇਖੋ ਅਰੇਂਜ ਕੀਤਾ 3 3 6 ਅਤੇ 1 7, n ਦੀ ਵੈਲਿਊ ਕੀ ਹੋ ਗਈ 7, n ਕੀ ਹੋ ਗਿਆ ਔਡ। ਜਦੋਂ ਔਡ ਹੁੰਦਾ ਕਹਿੰਦਾ ਮਿਡਲ ਵੈਲਿਊ ਚੱਕ ਲਿਆ ਕਰੋ, ਮਤਲਬ n+1/2 ਇਸ ਪੋਜੀਸ਼ਨ 'ਤੇ ਜਿਹੜੀ ਵੈਲਿਊ ਪਈ ਹੈ। ਹੁਣ ਤੁਸੀਂ ਕਹੋਗੇ ਇਸ ਪੋਜੀਸ਼ਨ 'ਤੇ ਕਿਹੜੀ ਵੈਲਿਊ ਆ, ਮਤਲਬ ਉਹ ਔਡ ਨੰਬਰ ਜਿਹੜਾ ਆਇਆ ਉਹਦੇ 'ਚ 1 ਜੋੜ ਕੇ ਬਟਾ 2 ਕਰਕੇ ਜਿਹੜੀ ਪੋਜੀਸ਼ਨ ਬਣਦੀ ਹੈ। ਹੁਣ 7 ਅਤੇ 1 ਕੀ ਹੁੰਦਾ 8/2 ਕਰੋਗੇ ਤਾਂ ਕੀ ਆਊਗਾ 4, ਜਾਣੀ ਕਿ ਚੌਥੀ ਪੋਜੀਸ਼ਨ 'ਤੇ। ਗਿਣੋ, ਪਹਿਲੀ 'ਤੇ, ਦੂਜੀ 'ਤੇ, ਤੀਜੀ 'ਤੇ, ਆਹ ਪਈ ਹੈ ਚੌਥੀ 'ਤੇ 5। ਸੋ 5 ਤੁਹਾਡਾ ਆਨਸਰ ਆ ਜਾਊਗਾ। ਕਹਿੰਦਾ n+1/2, n+1/2 ਜਿਹੜੀ ਵੈਲਿਊ ਬਣਦੀ ਆ, ਮਤਲਬ n 'ਚ 1 ਜੋੜ ਕੇ 2 ਨਾਲ ਡਿਵਾਈਡ ਕਰਕੇ ਜਿਹੜੀ ਵੈਲਿਊ ਬਣਦੀ ਆ ਉਹ ਮੀਨ। ਅਤੇ ਕਹਿੰਦਾ ਜਦੋਂ ਈਵਨ ਹੋ ਜੇ ਫਿਰ ਤਾਂ ਪੰਗਾ ਪੈ ਗਿਆ। ਕਿਉਂ, ਦੇਖੋ ਜੇ ਆਪਣੇ ਕੋਲ ਵੈਲਿਊਜ਼ ਆਹ 1 2 3 4 5 ਔਡ ਵੈਲਿਊਜ਼ ਆ, ਨਹੀਂ ਈਵਨ, ਫਿਰ ਹੁਣ ਇਹਦੇ ਵਿਚਾਲੇ ਤਾਂ ਕੁਛ ਨੰਬਰ ਲੱਭਣਾ ਹੀ ਨਹੀਂ। ਤੁਸੀਂ 3 ਇੱਧਰ ਛੱਡਤੀਆਂ, 3 ਇੱਧਰ ਛੱਡਤੀਆਂ, ਵਿਚਾਲੇ ਤਾਂ ਕੁਛ ਬਚਿਆ ਹੀ ਨਹੀਂ। ਫਿਰ ਇਹ ਪਤਾ ਕੀ ਕਹਿੰਦੇ ਆ, ਇਹ ਕਹਿੰਦੇ ਇਹਨਾਂ ਦੋਹਾਂ ਨੂੰ ਵਿਚਾਲੇ ਵਾਲੀਆਂ ਨੂੰ ਜੋੜ ਲਓ ਅਤੇ ਇਹਨਾਂ ਨੂੰ 2 ਨਾਲ ਡਿਵਾਈਡ ਕਰ ਦਿਓ। ਆਹ ਦੇਖੋ ਉਹੀ ਚੀਜ਼ ਲਿਖੀ ਹੋਈ ਆ। ਕਹਿੰਦਾ n+ n ਦੀ ਵੈਲਿਊ ਹੈ ਨਾ, ਪਹਿਲਾਂ ਕਹਿੰਦਾ ਇਹਦਾ ਅੱਧ ਕਰ ਲਓ ਜਮਾਂ, ਇਹ ਵੈਲਿਊ ਜੋ ਵੀ ਆ ਗਈ ਉਹਨੂੰ ਚੱਕ ਲਓ, ਉਹਦੇ 'ਚ ਫਿਰ ਅਗਾਂਹ 1 ਜੋੜ ਦਿਓ। ਜਿਹੜੀ ਵੀ ਨੰਬਰ ਆਇਆ ਹੋਇਆ n/2 ਕਰਕੇ ਉਹਦੇ 'ਚ 1 ਜੋੜ ਦਿਓ, ਜਿਹੜੀ ਵੈਲਿਊ ਆ ਗਈ ਉਹ ਕੱਢ ਲਓ। 2 ਵੈਲਿਊਜ਼ ਤੁਹਾਡੇ ਕੋਲ ਆ ਜਾਣਗੀਆਂ। ਕਹਿੰਦਾ ਉਹਨਾਂ ਦਾ ਅਰਥਮੈਟਿਕ ਮੀਨ ਕੱਢ ਦਿਓ ਦੋਵਾਂ ਦਾ, ਉਹ ਤੁਹਾਡਾ ਆਨਸਰ ਹੋਊਗਾ। ਦੇਖੋ ਆਪਾਂ ਇੱਕ ਕੁਐਸਚਨ ਦੇਖਦੇ ਹਾਂ ਇਹਦੀ ਹੈਲਪ ਨਾਲ। ਦੇਖੋ ਸਭ ਤੋਂ ਪਹਿਲਾਂ ਕੀ ਆ, ਇੱਥੇ ਵੈਲਿਊਜ਼ ਪਈਆਂ ਸੀ, ਨਾ ਇਹ ਅਸੈਂਡਿੰਗ 'ਚ ਆ ਨਾ ਡਿਸੈਂਡਿੰਗ 'ਚ ਆ, ਇਹ ਉਲਟ ਪੁਲਟ ਲੱਗੀਆਂ ਹੋਈਆਂ। ਇਹਨਾਂ ਨੂੰ ਪਹਿਲਾਂ ਅਰੇਂਜ ਕੀਤਾ, ਸਭ ਤੋਂ ਛੋਟੀ ਨੂੰ ਮੂਹਰੇ, ਫਿਰ ਉਦੋਂ ਵੱਡੀ, ਫਿਰ ਉਦੋਂ ਵੱਡੀ, ਵੱਡੀ 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 27 ਤੱਕ। ਦੇਖਿਆ ਕਿ n ਔਡ ਆ, ਔਡ ਹੁੰਦਾ ਜਦੋਂ ਕੀ ਹੁੰਦਾ ਆਪਾਂ ਇਹ ਕਹਿੰਦੇ ਆ ਮੀਡੀਅਨ ਕੀ ਹੋਊਗਾ, ਸਾਈਜ਼ ਮਤਲਬ ਵੈਲਿਊ ਆਫ n+1/2 ਟਰਮ, ਜਾਣੀ ਕਿ ਜੋ ਵੀ ਵੈਲਿਊ ਹੋਊਗੀ ਕਿਹਦੀ, n ਦੀ ਜਗ੍ਹਾ 'ਤੇ 7, 1 ਜੋੜਤਾ ਬਟਾ 2 ਕਰਤਾ, ਜਾਣੀ ਕਿ 8/2, ਜਾਣੀ ਕਿ ਚੌਥੀ ਪੋਜੀਸ਼ਨ 'ਤੇ 4th ਆਈਟਮ ਆ ਜਿਹੜੀ ਉਹ ਮੀਡੀਅਨ ਆ, ਉਹ ਕੀ ਬਣ ਗਈ B ਤੁਹਾਡਾ ਆਨਸਰ ਆ। ਅਗਲੇ 'ਚ ਦੇਖੋ ਆਪਣੇ ਕੋਲ ਕੀ ਆ ਗਿਆ, ਈਵਨ ਵਾਲਾ ਮੈਂ ਦੇਖਣਾ ਚਾਹੁੰਦਾ। ਆਹ ਦੇਖੋ ਆਪਣੇ ਕੋਲ ਆਹ ਡੇਟਾ ਪਿਆ, ਇਹ ਕੀ ਆ, ਅਕੋਰਡਿੰਗ ਟੂ ਦਾ ਸੈਂਸਸ ਆਫ 1981 ਫੋਲੋਇੰਗ ਪਾਪੂਲੇਸ਼ਨ ਫਿਗਰਸ ਆਰ, ਪਾਪੂਲੇਸ਼ਨ ਆ 10 ਸਿਟੀ ਦੀ, ਵੀ 10 ਸਿਟੀਆਂ 'ਚ ਇੰਨੇ ਲੋਕ ਰਹਿੰਦੇ ਆ, 2000 ਰਹਿੰਦੇ ਆ, ਇੱਕ 'ਚ 1785 ਰਹਿੰਦੇ ਆ, ਇੱਕ 'ਚ 1500 ਰਹਿੰਦੇ ਆ। ਮੀਡੀਅਨ ਕੱਢਣਾ, ਪਹਿਲਾਂ ਤਾਂ ਅਰੇਂਜ ਕੀਤਾ, ਛੋਟੀ ਮੂਹਰੇ, ਫਿਰ ਉਦੋਂ ਵੱਡੀ, ਉਦੋਂ ਵੱਡੀ, ਉਦੋਂ ਵੱਡੀ, ਵੱਡੀ ਵੱਡੀ ਵੱਡੀ, ਸਭ ਤੋਂ ਵੱਡੀ ਐਂਡ 'ਤੇ ਕਰਕੇ ਦੇਖਿਆ, ਗਿਣਿਆ ਜਦੋਂ ਇਹ ਨੰਬਰ ਆਫ ਆਈਟਮਸ ਕਿੰਨੀਆਂ ਸੀ, ਇਹ 10 ਰਹਿ ਗਈਆਂ। 10 ਤਾਂ ਈਵਨ ਹੁੰਦਾ। ਇਹਦਾ ਮਤਲਬ ਕੀ ਆ ਕਿ ਸਭ ਤੋਂ ਪਹਿਲਾਂ ਅਰਥਮੈਟਿਕ ਮੀਨ ਕੱਢਣਾ ਕਿਹਦਾ, ਇਹਦੀ ਵੈਲਿਊ ਦਾ, n/2 ਪੋਜੀਸ਼ਨ 'ਤੇ ਜਿਹੜੀ ਪਈ ਆ ਵੈਲਿਊ ਉਹਦਾ। ਇਹ ਵੈਲਿਊ ਨਹੀਂ ਲਿਖਦੇ, ਇਹ ਸਾਈਜ਼ ਲਿਖਦੇ ਆ। ਅਰਥਮੈਟਿਕ ਮੀਨ ਆਫ ਸਾਈਜ਼ ਆਫ ਦਿਸ ਐਂਡ ਦਿਸ। ਸਭ ਤੋਂ ਪਹਿਲਾਂ n/2 ਕੀ ਆਊਗਾ 10/2। ਪੰਜਵੀਂ ਜਗ੍ਹਾ 'ਤੇ ਕਿਹੜੀ ਵੈਲਿਊ ਪਈ ਆ, 1 2 3 4 5, 1123 ਪਈ ਆ। ਇੱਕ ਤਾਂ ਇਹ ਸਿਲੈਕਟ ਕਰ ਲਈ। ਹੁਣ n/2 'ਚ 1 ਜੋੜ ਦਿਓ, n/2 ਕੀ ਸੀਗਾ 5, 5 'ਚ 1 ਜੋੜਦਾ
ਕੀ ਬਣ ਗਈ 6ਵੀਂ, ਯਾਨੀ ਕਿ ਉਸ ਤੋਂ ਨੈਕਸਟ ਕਿਹੜੀ ਵੈਲਿਊ ਪਈ ਆ 1180। ਇਹਨਾਂ ਦੋਹਾਂ ਦਾ ਮੀਨ ਕੱਢ ਦਿਓ। ਆਹ ਦੇਖੋ ਇਹਨਾਂ ਨੇ ਲਿਖਿਆ ਅਰਥਮੈਟਿਕ ਮੀਨ ਆਫ 5th ਐਂਡ 6th ਆਈਟਮ ਕੀ ਆਊਗਾ 1123 ਤੇ 1180 ਦਾ ਜੋੜਾਂਗੇ ਕਿਉਂਕਿ ਇਹ ਗਿਣਤੀ 'ਚ 2 ਨੇ, ਸੋ 2 ਨਾਲ ਡਿਵਾਈਡ ਕਰਤਾ। ਸੋ ਆਪਣੇ ਕੋਲੇ ਕੀ ਆ ਗਿਆ ਇੰਨਾ ਮੀਡੀਅਨ ਆ ਗਿਆ ਆਪਣੇ ਕੋਲੇ। ਸੋ ਇਸ ਤਰੀਕੇ ਨਾਲ ਮੀਡੀਅਨ ਕੈਲਕੂਲੇਟ ਕਰਨਾ ਸਿੰਪਲ ਡੇਟਾ ਦਾ। ਠੀਕ ਆ, ਕੰਪਲੀਕੇਟਿਡ ਡੇਟਾ ਜਿਹੜਾ ਉਹਦਾ ਮੈਂ ਬੁੱਧਵਾਰ ਨੂੰ ਦੇਖਦੇ ਆਪਾਂ। ਠੀਕ ਹੈ ਜੀ।